मतलब लॉकडाउन ਦੇ ਵਿੱਚ ਤਾਂ ਇੰਨੀਆਂ ਕੁ ਜ਼ਿਆਦਾ ਇਹਨਾਂ ਨੂੰ ਪਾਵਰਾਂ ਮਿਲ ਚੁੱਕੀਆਂ ਨਾ ਕੰਪਨੀਜ਼ ਨੂੰ ਕਿ ਉਹ ਅਨਲਿਮਿਟਿਡ ਮਤਲਬ ਗੱਡੀਆਂ ਅਟੈਚ ਕਰ ਰਹੇ ਨੇ। ਸਾਡਾ ਉਹ ਵਿੱਚ ਮੁੱਦਾ ਹੈ, ਵਾਈਟ ਪਲੇਟ ਦਾ ਤਾਂ ਕੁਝ ਪਤਾ ਹੀ ਨਹੀਂ ਕਿੰਨੀਆਂ ਅਟੈਚ ਹੋ ਚੁੱਕੀਆਂ ਨੇ। ਤੇ ਕੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੀ ਨਹੀਂ ਹੈ ਕਿ ਹਾਂ ਵੀ ਤੁਸੀਂ ਇੱਥੇ ਕੰਪਨੀਜ਼ ਦੇ ਆਫਿਸਿਸ ਖਲਾਓ, ਵੈਰੀਫਿਕੇਸ਼ਨ ਇਹਨਾਂ ਦੀ ਹੋਣੀ ਚਾਹੀਦੀ ਹੈ ਕਿ ਵਾਈਟ ਪਲੇਟਾਂ ਕਿੱਦਾਂ ਅਟੈਚ ਹੋਈ ਜਾ ਰਹੀਆਂ ਧੜਾ ਧੜ। कि प्रशासन कंपनियां उत्ते लगाम कसे पर पता नहीं की गल है, प्रशासन ने कंपनियां दे उत्ते लगाम कसण नूं तैयार नहीं है। ऑटो वालियां नूं भी कुछ प्रॉब्लम्स हैगियां ने, वो चाहे बाइक नूं लैके लै लो, चाहे इनू ऑटो जिहड़े ई रिक्शा आ रहे ने विदाउट नंबर या फिर ऑटो जिहड़े हैगे वो अनलिमिटेड चल रहे ने। चिट्टी प्लेट चाहे बाइक चल रही है जी, चाहे गड्डी चल रही है, चाहे वो लीगल ऐप से चल रही है, चाहे वैसे चल रही है, ਉਹਦੇ ਖਿਲਾਫ ਜਿੰਨਾ ਅਸੀਂ ਸੰਘਰਸ਼ ਕੀਤਾ ਉਹਦਾ ਰਿਜ਼ਲਟ ਅਜੇ ਤੱਕ ਜ਼ੀਰੋ ਹੈ ਜੀ। ਕੋਈ ਸੁਣਵਾਈ ਨਹੀਂ ਹੈ, ਨਾ ਪੁਲਿਸ ਵਾਲੇ ਕੋਈ ਚਲਾਨ ਕੱਟ ਸਕਦੇ ਹੈ ਜੀ। ਦੂਸਰੀ ਗੱਲ ਸਾਡੀ ਜਿਹੜੀ ਸਭ ਤੋਂ ਮੇਨ ਮੰਗ ਹੈ ਜੀ ਸਾਡੀ ਹੈਗੀ ਹੈ 25 ਰੁਪਏ ਕਿਲੋਮੀਟਰ ਤੋਂ ਥੱਲੇ ਅਸੀਂ ਨਹੀਂ ਚੱਲਾਂਗੇ, ਕਿਉਂਕਿ ਸਾਡਾ ਰੇਟ ਹੈ ਜਿਹੜਾ ਆਪਦਾ ਹੀ ਹੈ 9 ਰੁਪਏ ਕਿਲੋਮੀਟਰ ਹੈ। ਔਰ ਜਿਹੜੀਆਂ ਓਲਾ ਉਬਰ ਰਜਿਸਟਰਡ ਹੈ ਜਾਂ ਅਨਰਜਿਸਟਰਡ ਹੈ ਉਹ ਸਾਡੀਆਂ ਕੰਪਨੀਆਂ ਆਪਸ ਦੇ ਵਿੱਚ ਕੰਪੀਟੀਸ਼ਨ ਕਰਕੇ 6 ਰੁਪਏ 7 ਰੁਪਏ ਦੇ ਰੇਟ ਲੈ ਆਈਆਂ ਨੇ, ਜੋ ਰੇਟ 28 ਰੁਪਏ ਕਿਲੋਮੀਟਰ ਸੀਗਾ ਪਹਿਲਾਂ। ਉਹ ਥਾਵਾਂ ਤੋਂ ਹਾਲੂ ਮਾਜਰਾ ਦੇ ਲਾਈਟਾਂ ਤੋਂ ਜੀ, ਉੱਥੋਂ ਆਪਣੇ ਓਲਡ ਪੰਚਕੁਲਾ ਤੋਂ 250 ਰੁਪਏ 'ਚ ਸ਼ਿਮਲੇ ਜਾ ਰਹੇ ਨੇ। ਪ੍ਰਾਈਵੇਟ ਗੱਡੀ ਖੜੀ ਕਰਕੇ ਆਵਾਜ਼ਾਂ ਮਾਰਦੇ ਨੇ ਉੱਥੇ ਹੀ ਨਾਲ ਟ੍ਰੈਫਿਕ ਵਾਲਿਆਂ ਦੇ ਜਾਂ ਪੁਲਿਸ ਵਾਲਿਆਂ ਦੇ ਟ੍ਰੈਫਿਕ ਬੂਥ ਬਣੇ ਹੋਏ ਹੁੰਦੇ ਨੇ, ਕੋਈ ਸੁਣਵਾਈ ਨਹੀਂ ਹੈ ਜੀ। ਇਹ 2000 ਗੱਡੀ ਰੋਜ਼ ਅਪ ਕਰ ਰਹੀ ਹੈ, ਡਾਊਨ ਕਰ ਰਹੀ ਹੈ। ਜੇ ਇਹ ਤੁਸੀਂ 100 ਗੱਡੀ ਵੀ ਲਗਾਓ, ਰੋਜ਼ 100 ਗੱਡੀ ਸਾਡਾ ਇੱਕ ਇੱਕ ਗੱਡੀ ਦਾ ਨੁਕਸਾਨ ਕਰ ਰਹੀ ਹੈ ਜੀ, ਕਿਉਂਕਿ ਉਹ ਸਵਾਰੀ 3500 4000 रुपये दी। अब वो पुलिंग इन्होंने कोविड के बाद बंद कर दी, कोविड की वजह से, इंस्ट्रक्शंस की वजह से। अब तो कोविड नहीं रहा तो वो पुलिंग क्यों नहीं चला रहे? अब वो 50 रुपये की राइड हम लेके कैसे जाएंगे? अब 7 सीटर गाड़ी में अगर 50 मतलब ओला में मैंने 1.5 किलोमीटर उठाने गया कस्टमर को और 1 किलोमीटर पर ड्रॉप कर दिया, उस पर राइड पे रेट आया जी 30 रुपये। 30 रुपये से मुझे 30 रुपये उन्होंने कमीशन काट लिया अपना, उसमें से 18% GST काट लिया, 5% सर्विस टैक्स काट लिया जी। मेरे पास सिर्फ 12 रुपये आए हैं जी। ਉਹ 20 ਦਿਨਾਂ ਦੀ ਸਟ੍ਰਾਈਕ ਚੱਲੀ ਸੀਗੀ, ਦੇਖ ਲਓ 20 ਦਿਨਾਂ ਦੀ ਸਟ੍ਰਾਈਕ ਚੱਲਣ ਤੋਂ ਬਾਅਦ ਵੀ ਸਾਡਾ ਲੱਖਾਂ ਕਰੋੜਾਂ ਦਾ ਨੁਕਸਾਨ ਕਰਾਉਣ ਤੋਂ ਬਾਅਦ ਵੀ ਉਸ ਟਾਈਮ ਵੀ ਸਾਡੇ ਮੁੱਦੇ ਹੱਲ ਨਹੀਂ ਹੋਏ। ਉਸ ਟਾਈਮ ਵੀ ਇਹੀ ਮੁੱਦੇ ਸੀਗੇ ਤੇ ਅੱਜ ਵੀ ਇਹੀ ਮੁੱਦੇ ਨੇ, ਦੇਖ ਲਓ। ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਅਨੁਜਾ ਸ਼ਰਮਾ। ਆਟੋ ਕੈਬ ਯੂਨੀਅਨ ਦੇ ਵੱਲੋਂ ਅੱਜ ਸਟ੍ਰਾਈਕ ਕੀਤੀ ਗਈ ਹੈ ਔਰ ਇਹ ਭੁੱਖ ਹੜਤਾਲ ਤੇ ਬੈਠੇ ਨੇ। ਔਰ ਇਹ ਜਿਹੜੀ ਸਟ੍ਰਾਈਕ ਹੈ 10 ਅਗਸਤ ਤੋਂ ਲੈ ਕੇ 15 ਅਗਸਤ ਤੱਕ ਕੀਤੀ ਜਾ ਰਹੀ ਹੈ ਔਰ ਸਰਕਾਰ ਤੋਂ ਮੰਗਾਂ ਮਨਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਮੰਗਾਂ ਆਪਣੀਆਂ ਮਨਵਾਉਣੀਆਂ ਨੇ। ਕੀ ਮੰਗਾਂ ਨੇ ਸਰ ਤੁਹਾਡੀਆਂ ਜਿਹੜੀਆਂ ਸਰਕਾਰ ਤੋਂ ਮੰਗਵਾਉਣ ਦੇ ਲਈ ਤੁਹਾਨੂੰ ਅੱਜ ਭੁੱਖ ਹੜਤਾਲ ਤੱਕ ਬਹਿਣਾ ਪੈ ਗਿਆ? ਮੰਗਾਂ ਸਾਡੀਆਂ ਬਿਲਕੁਲ ਜੋ ਜਾਇਜ਼ ਹੈਗੇ ਨੇ ਉਹੀ ਆ ਜੀ। ਜੋ ਕੰਪਨੀਜ਼ ਨੇ ਪਹਿਲਾਂ ਆਫਿਸ ਇੱਥੇ ਖੋਲ੍ਹੇ ਸੀਗੇ, ਜਦੋਂ ਕੰਪਨੀਜ਼ ਇੱਥੇ ਆਈਆਂ ਸੀਗੀਆਂ ਹੈ ਨਾ ਜੀ, ਅਤੇ ਉਹ ਕੰਪਨੀਜ਼ ਲੋਕਡਾਊਨ ਦੇ ਵਿੱਚ ਆਫਿਸਿਸ ਇੱਥੋਂ ਲੈ ਗਈਆਂ। ਪਹਿਲਾਂ ਥੋੜ੍ਹੀ ਸਿਕਿਉਰਿਟੀ ਹੁੰਦੀ ਸੀਗੀ, ਆਫਿਸ ਦੇ ਵਿੱਚ ਜਾਂਦੇ ਸੀਗੇ, ਉੱਥੇ ਜਾ ਕੇ ਚਲੋ ਕਸਟਮਰ ਵੀ ਆ ਜਾਂਦਾ ਸੀਗਾ, ਅਸੀਂ ਵੀ ਆ ਜਾਂਦੇ ਸੀ। ਬਾਈ ਚਾਂਸ ਕੋਈ ਮਿਸਪਲੇਸ ਹੋਇਆ ਸਮਾਨ ਜਾਂ ਕੁਝ ਵੀ ਸੀਗਾ, ਅਸੀਂ ਆਪਸ ਦੇ ਵਿੱਚ ਮੈਂ ਔਰ ਕਸਟਮਰ ਅਸੀਂ ਉੱਥੇ ਜਾ ਕੇ ਸਾਡਾ ਡਿਸਪਿਊਟ ਕਲੀਅਰ ਕਰ ਲੈਂਦੇ ਸੀਗੇ। ਹੁਣ ਆਫਿਸਿਸ ਲੈ ਕੇ ਚਲੇ ਜਾ ਚੁੱਕੇ ਨੇ, ਠੀਕ ਹੈ ਜੀ। ਮਤਲਬ ਲੋਕਡਾਊਨ ਦੇ ਵਿੱਚ ਤਾਂ ਇੰਨੀਆਂ ਕੁ ਜ਼ਿਆਦਾ ਇਹਨਾਂ ਨੂੰ ਪਾਵਰਾਂ ਮਿਲ ਚੁੱਕੀਆਂ ਨਾ ਕੰਪਨੀਜ਼ ਨੂੰ ਕਿ ਉਹ ਅਨਲਿਮਿਟਿਡ ਮਤਲਬ ਗੱਡੀਆਂ ਅਟੈਚ ਕਰ ਰਹੇ ਨੇ। ਸਾਡਾ ਉਹ ਵਿੱਚ ਮੁੱਦਾ ਹੈ, ਵਾਈਟ ਪਲੇਟ ਦਾ ਤਾਂ ਕੁਝ ਪਤਾ ਹੀ ਨਹੀਂ ਕਿੰਨੀਆਂ ਅਟੈਚ ਹੋ ਚੁੱਕੀਆਂ ਨੇ। ਬਾਈਕ ਦਾ ਨਹੀਂ ਪਤਾ ਵਾਈਟ ਪਲੇਟ ਕਿੰਨੀਆਂ ਚੱਲ ਰਹੀਆਂ ਨੇ। ਅਤੇ ਈਵਨ ਕਿ ਸਾਡੀਆਂ ਜਿਹੜੀਆਂ ਗੱਡੀਆਂ ਮਤਲਬ ਕਈ ਇਹੋ ਜਿਹੀਆਂ ਗੱਡੀਆਂ ਨੇ ਜੋ ਗੱਡੀਆਂ ਉਹ ਮਤਲਬ ਕਿ ਚੱਲ ਰਹੀਆਂ ਸੀਗੀਆਂ ਅਤੇ ਉਹ ਗੱਡੀਆਂ ਉਹ ਅਦਰ ਸਟੇਟਾਂ ਵਿੱਚ ਵਿਕ ਚੁੱਕੀਆਂ ਨੇ ਅਤੇ ਉਹ ਆਈਡੀਆਂ ਅਜੇ ਵੀ ਐਕਟੀਵੇਟ ਨੇ, ਉਹਦੇ ਉੱਪਰ ਹੋਰ ਗੱਡੀਆਂ ਚੱਲ ਰਹੀਆਂ ਨੇ। ਅਤੇ ਕੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੀ ਨਹੀਂ ਹੈ ਕਿ ਹਾਂ ਵੀ ਤੁਸੀਂ ਇੱਥੇ ਕੰਪਨੀਜ਼ ਦੇ ਆਫਿਸਿਸ ਖਲਾਓ, ਵੈਰੀਫਿਕੇਸ਼ਨ ਇਹਨਾਂ ਦੀ ਹੋਣੀ ਚਾਹੀਦੀ ਹੈ ਕਿ ਵਾਈਟ ਪਲੇਟਾਂ ਕਿੱਦਾਂ ਅਟੈਚ ਹੋਈ ਜਾ ਰਹੀਆਂ ਧੜਾ ਧੜ। ਆਪਣੇ ਸਿਰਫ 2-4 ਹਜ਼ਾਰ ਰੁਪਏ ਦੇ ਖਾਤਰ ਇਹ ਲੋਕਾਂ ਦੀ ਜਾਨ ਅਤੇ ਡਰਾਈਵਰਾਂ ਦੀ ਜਾਨ ਜੋਖਿਮ ਦੇ ਵਿੱਚ ਪਾ ਰਹੇ ਨੇ। ਇਹ ਕੋਈ ਚੰਗੀ ਗੱਲ ਥੋੜ੍ਹਾ ਨਾ। ਇਹ ਤਾਂ ਪ੍ਰਸ਼ਾਸਨ ਦਾ ਹੱਕ ਬਣਦਾ ਹੈ ਕਿ ਇਹਨਾਂ ਕੰਪਨੀਆਂ ਦੇ ਉੱਤੇ ਲਗਾਮ ਕੱਸਣ। ਅਤੇ 2020 ਦੀ ਸਟ੍ਰਾਈਕ ਤੋਂ ਕੰਟੀਨਿਊਸਲੀ ਅਸੀਂ ਆਹੀ ਮੁੱਦੇ ਚੱਕਦੇ ਆ ਰਹੇ ਹਾਂ ਕਿ ਪ੍ਰਸ਼ਾਸਨ ਕੰਪਨੀਆਂ ਉੱਤੇ ਲਗਾਮ ਕੱਸੇ, ਪਰ ਪਤਾ ਨਹੀਂ ਕੀ ਗੱਲ ਹੈ, ਪ੍ਰਸ਼ਾਸਨ ਨੇ ਕੰਪਨੀਆਂ ਦੇ ਉੱਤੇ ਲਗਾਮ ਕੱਸਣ ਨੂੰ ਤਿਆਰ ਨਹੀਂ ਹੈ। ਅੱਜ ਤੁਹਾਡੇ ਨਾਲ ਕਿਹੜੇ ਬੰਦੇ ਇੱਥੇ ਮੌਜੂਦ ਨੇ? ਕਿ ਇਹ ਓਲਾ, ਊਬਰ, ਇਨ ਡਰਾਈਵਰ ਇਹ ਸਾਰੇ ਹੀ ਮੌਜੂਦ ਨੇ ਜਾਂ ਕੋਈ ਇੱਕ ਤੁਹਾਡੀ ਮੋਰਚੇ ਦੇ ਵਿੱਚ ਨਾਲ ਹੈ? ਨਹੀਂ ਜੀ ਨਹੀਂ, ਪਹਿਲਾਂ ਤਾਂ ਦੇਖੋ ਅਸੀਂ ਟਰਾਈ ਸਿਟੀ ਦੇ ਸਾਰੇ ਪ੍ਰਧਾਨ ਸਾਰੇ ਇਕੱਠੇ ਨੇ ਇੱਥੇ, ਅਤੇ ਜਿਹੜੀ ਵੀ ਇੱਥੇ ਟਰਾਈ ਸਿਟੀ ਦੇ ਵਿੱਚ ਕੰਪਨੀ ਚੱਲਦੀ ਹੈਗੀ ਆ ਉਹਦੇ ਨਾਲ ਸਾਰੇ ਅਟੈਚ ਨੇ। ਤੁਸੀਂ ਇਸ ਵਕਤ ਹੜਤਾਲ ਕੀਤੀ ਸਿਰਫ ਗੱਡੀਆਂ ਦੀ ਹੈ, ਆਟੋਆਂ ਦੀ ਹੈ ਜਾਂ ਫਿਰ ਮੋਟਰਸਾਈਕਲਾਂ ਦੀ, ਸਾਰਿਆਂ ਦੀ ਸਟ੍ਰਾਈਕ ਕੀਤੀ?
ਸਾਡੀ ਗੱਡੀਆਂ ਦੀ ਤੇ ਆਟੋਆਂ ਦਾ ਮਿਲ ਕੇ ਸੰਯੁਕਤ ਮੋਰਚਾ ਬਣਾਇਆ ਸੀ, ਠੀਕ ਹੈ ਜੀ। ਤੇ ਉਹਨਾਂ ਦੀ ਹੜਤਾਲ ਹੈਗੀ ਆ, ਕਿਉਂਕਿ ਆਟੋ ਵਾਲਿਆਂ ਨੂੰ ਵੀ ਕੁਝ ਕੁ ਪ੍ਰੋਬਲਮਸ ਹੈਗੀਆਂ ਨੇ। ਉਹ ਚਾਹੇ ਬਾਈਕ ਨੂੰ ਲੈ ਕੇ ਲੈ ਲਓ, ਚਾਹੇ ਇਹਨੂੰ ਆਟੋ ਜਿਹੜੇ ਈ ਰਿਕਸ਼ਾ ਆ ਰਹੇ ਨੇ ਵਿਦਆਊਟ ਨੰਬਰ, ਜਾਂ ਫਿਰ ਆਟੋ ਜਿਹੜੇ ਹੈਗੇ ਆ ਉਹ ਅਨਲਿਮਿਟਿਡ ਚੱਲ ਰਹੇ ਨੇ, ਉਹਨਾਂ ਨੂੰ ਲੈ ਕੇ ਪ੍ਰੋਬਲਮਸ ਨੇ ਜੀ। ਸਰ ਜਿਸ ਵਕਤ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ, ਜਿਸ ਤਰੀਕੇ ਨਾਲ ਸਰ ਨੇ ਵੀ ਦੱਸਿਆ ਕਿ ਵਾਈਟ ਪਲੇਟ ਔਰ ਪੀਲੀ ਪਲੇਟ, ਇਹ ਦੋਵਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਪੀਲੀ ਪਲੇਟ ਵਾਲਿਆਂ ਨੂੰ ਪੈਸਾ ਬਹੁਤ ਭਰਨਾ ਪੈਂਦਾ, ਜਿਹੜੇ ਪੀਲੀ ਪਲੇਟਸ ਲੈਣੀ ਆ ਉਹਦਾ ਲਾਇਸੈਂਸ ਲੈਣਾ ਆ, ਤੇ ਫਿਰ ਜਿਹੜੀ ਚਿੱਟੀ ਪਲੇਟ ਹੈ ਉਹ ਤਾਂ ਉਹਦਾ ਤੁਸੀਂ ਪਹਿਲਾਂ ਵੀ ਮਸਲਾ ਇੱਕ ਵਾਰ ਚੱਕਿਆ ਸੀਗਾ। ਹੁਣ ਕਿੱਥੇ ਤੱਕ ਪਹੁੰਚੀ ਗੱਲ ਕਿ ਹਾਲੇ ਕੁਝ ਘਟੇ ਆ ਕਿ ਉਹਨਾਂ ਦਾ ਨੂੰ ਵੱਧਦੇ ਜਾ ਰਹੇ ਨੇ ਚਿੱਟੀ ਪਲੇਟ ਵਾਲੀਆਂ ਕੈਬਸ ਜਿਹੜੀਆਂ ਨੇ? मैम चिट्टी प्लेट चाहे बाइक चल रही है जी, चाहे गड्डी चल रही है, चाहे वो लीगल ऐप से चल रही है, चाहे वैसे चल रही है, ਉਹਦੇ ਖਿਲਾਫ ਜਿੰਨਾ ਅਸੀਂ ਸੰਘਰਸ਼ ਕੀਤਾ ਉਹਦਾ ਰਿਜ਼ਲਟ ਅਜੇ ਤੱਕ ਜ਼ੀਰੋ ਹੈ ਜੀ। ਕੋਈ ਸੁਣਵਾਈ ਨਹੀਂ ਹੈ, ਨਾ ਪੁਲਿਸ ਵਾਲੇ ਕੋਈ ਚਲਾਨ ਕੱਟ ਸਕਦੇ ਹੈ ਜੀ। ਅਸੀਂ ਬੁਲਾਉਂਦੇ ਹਾਂ ਤੇ ਸਾਡੇ ਖਿਲਾਫ ਸਾਨੂੰ ਵੀ ਬਿਠਾ ਲੈਂਦੇ, ਤੁਸੀਂ ਗੱਡੀ ਕਿਵੇਂ ਰੋਕੀ ਹੈ, ਠੀਕ ਹੈ ਜੀ। ਨਾ ਐਪਲੀਕੇਸ਼ਨ ਤੇ ਕੋਈ ਅਗਲੀ ਨੋਟਿਸ ਜਾਂਦਾ ਹੈ ਜਾਂ ਲੀਗਲ ਕਾਰਵਾਈ ਹੋ ਰਹੀ ਹੈ ਉਹਨਾਂ ਤੇ ਚਲਾਨ ਕੱਟਿਆ ਜਾ ਰਿਹਾ, ਤਾਂ ਜਾਂ ਤਾਂ ਉਹ ਡਰਾਈਵਰ ਤੇ ਕੱਟਿਆ ਜਾ ਰਿਹਾ, ਜਿਹੜਾ ਬੰਦਾ ਉਹਨੂੰ ਗੱਡੀ ਚਲਾ ਰਿਹਾ ਉਹਨੂੰ ਨੁਕਸਾਨ ਹੋ ਰਿਹਾ, ਕਿਸੇ ਨੂੰ ਨਹੀਂ ਹੋ ਰਿਹਾ ਜੀ। ਦੂਸਰੀ ਗੱਲ ਜੀ, ਉੜੀਸਾ ਸਰਕਾਰ ਨੇ ਇਹਦੇ ਤੇ ਬਹੁਤ ਵਧੀਆ ਇੱਕ ਲਾਅ ਬਣਾਇਆ ਹੈ। ਉਹਦੇ 'ਚ ਕੀ ਹੈ, ਜਿਹੜਾ ਵਾਈਟ ਪਲੇਟ ਦੇ ਉੱਤੇ ਗੱਡੀ ਚਲਾ ਰਿਹਾ ਹੈ ਉਹਦੇ ਤੇ 188 ਦਾ ਪਰਚਾ FIR, ਔਰ ਜਿਹੜਾ ਉਸ ਸਰਵਿਸ ਨੂੰ ਲੈ ਰਿਹਾ ਹੈ ਕਸਟਮਰ, ਉਹਦੇ ਤੇ ਵੀ ਬਰਾਬਰ ਦਾ 128 ਦਾ ਪਰਚਾ ਤੈਅ ਕਰ ਰਿਹਾ। ਉੜੀਸਾ ਸਰਕਾਰ ਦੇ ਸੈਕਟਰੀਏਟ ਨੇ ਇਹ ਲਾਅ ਬਣਾਤਾ ਹੈ ਜੀ। ਉੱਥੇ ਚਲਾਨ ਹੋ ਰਹੇ ਨੇ, ਉੱਥੇ ਵਾਈਟ ਪਲੇਟ ਬਿਲਕੁਲ ਨਹੀਂ ਚੱਲ ਰਹੀ। ਦੂਸਰੀ ਗੱਲ, ਸਾਡੀ ਜਿਹੜੀ ਸਭ ਤੋਂ ਮੇਨ ਮੰਗ ਹੈ ਜੀ, ਸਾਡੀ ਹੈਗੀ ਹੈ 25 ਰੁਪਏ ਕਿਲੋਮੀਟਰ ਤੋਂ ਥੱਲੇ ਅਸੀਂ ਨਹੀਂ ਚੱਲਾਂਗੇ, ਕਿਉਂਕਿ ਸਾਡਾ ਰੇਟ ਹੈ ਜਿਹੜਾ ਆਪਦਾ ਹੀ ਹੈ 9 ਰੁਪਏ ਕਿਲੋਮੀਟਰ ਹੈ। ਔਰ ਜਿਹੜੀਆਂ ਓਲਾ ਉਬਰ ਰਜਿਸਟਰਡ ਹੈ ਜਾਂ ਅਨਰਜਿਸਟਰਡ ਹੈ, ਉਹ ਸਾਡੀਆਂ ਕੰਪਨੀਆਂ ਆਪਸ ਦੇ ਵਿੱਚ ਕੰਪੀਟੀਸ਼ਨ ਕਰਕੇ 6 ਰੁਪਏ 7 ਰੁਪਏ ਦੇ ਰੇਟ ਲੈ ਆਈਆਂ ਨੇ, ਜੋ ਰੇਟ 28 ਰੁਪਏ ਕਿਲੋਮੀਟਰ ਸੀਗਾ ਪਹਿਲਾਂ। 30 ਰੁਪਏ CNG ਸੀਗੀ ਜੀ, ਸਾਡਾ ਰੇਟ 25 ਰੁਪਏ ਹੁੰਦਾ ਸੀ 2 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। ਅੱਜ 90 ਰੁਪਏ CNG ਹੋ ਗਈ, ਸਾਡਾ ਰੇਟ 8 ਰੁਪਏ ਰਹਿ ਗਿਆ ਜੀ, 7 ਰੁਪਏ ਵੀ ਰਹਿ ਗਿਆ, 6 ਰੁਪਏ ਵੀ ਰਹਿ ਗਿਆ। ਆਊਟ ਸਟੇਸ਼ਨ ਸਾਨੂੰ ਮਿਲਣੀ ਬੰਦ ਹੋ ਗਈ, ਸਾਰੀਆਂ ਗੱਡੀਆਂ ਲੋਕਲ ਹੀ ਘੁੰਮ ਰਹੀਆਂ ਨੇ, ਔਰ ਹੋਰ ਬਹੁਤ ਆ ਰਹੇ ਨੇ ਲੋਕ, ਬੂਮ ਦੀ ਤਰ੍ਹਾਂ ਦੇ ਵਿੱਚ ਲੋਕ ਅਟੈਚ ਕਰ ਰਹੇ ਨੇ ਆਪਣੀਆਂ ਗੱਡੀਆਂ। ਸਰ ਇੱਕ ਚੀਜ਼ ਪਹਿਲਾਂ ਤਾਂ ਮੈਂ ਇਹ ਸਮਝਣਾ ਚਾਹੂੰਗੀ, ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦਿੱਤਾ ਕਿ ਇੱਕ ਸਟੇਟ ਨੇ ਲਾਗੂ ਕਰ ਦਿੱਤਾ ਕਿ ਜੇਕਰ ਜਿਹੜਾ ਟੈਕਸੀ ਚਲਾ ਰਿਹਾ ਆ ਤੇ ਜਿਹੜਾ ਟੈਕਸੀ ਜਿਹੜਾ ਲੈ ਰਿਹਾ ਹੈ, ਉਹਨਾਂ ਦੋਨਾਂ ਤੇ ਪਰਚਾ ਹੋ ਰਿਹਾ ਹੈ, ਜਿਸ ਵਕਤ ਚਿੱਟੀ ਪਲੇਟ ਵੱਲ ਲੈ ਰਿਹਾ। ਲੇਕਿਨ ਇਹ 'ਚ ਬੰਦੇ ਦੀ ਕੀ ਗਲਤੀ? ਉਹਨੇ ਤਾਂ ਆਨਲਾਈਨ ਬੁੱਕ ਕੀਤੀ ਹੈ, ਭਾਵੇਂ ਜੋ ਮਰਜ਼ੀ ਆਇਆ, ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਕਿ ਕਿਹੜੀ ਗੱਡੀ ਆਉਣ ਲੱਗੀ ਹੈ, ਕਿਹੜਾ ਬਾਈਕ ਆਉਣ ਲੱਗਾ ਆ। ਉਹਦੀ ਕੀ ਗਲਤੀ ਹੈ? ਉਹ ਕਾਹਤੋਂ ਭੁਗਤਾਨ ਕਰੇ? ਮੈਮ ਚੰਡੀਗੜ੍ਹ ਸਰਕਾਰ ਦੇ ਵਿੱਚ ਜਿਹੜੇ ਸਟਾਪਸ ਬਣੇ ਹੋਏ ਨੇ, ਇੱਥੇ ਚੰਡੀਗੜ੍ਹ ਸਿਟੀ ਦੇ ਵਿੱਚ ਟ੍ਰਿਬਿਊਨ ਚੌਂਕ ਹੈ, ਪੰਡਿਤ ਜੀ ਦਾ ਸਟੈਂਡ ਬੋਲਿਆ ਜਾਂਦਾ ਉਹਨਾਂ ਨੂੰ, ਸਿੰਘਪੁਰਾ ਲਾਲਟਾ ਤੇ ਹੈਗਾ ਜੀ, ਸੁਹਾਣਾ ਸਾਹਿਬ ਗੁਰਦੁਆਰੇ ਸਾਹਿਬ ਤੇ। ਮੈਨੂੰ ਥ੍ਰੈਟ ਵੀ ਆਉਣਗੇ ਤੁਹਾਡੀ ਵੀਡੀਓ ਤੋਂ ਬਾਅਦ ਨਾ, ਕਿ ਤੂੰ ਸਾਡਾ ਨਾਮ ਲਿਆ। ਉਹ ਥਾਵਾਂ ਤੋਂ ਹਾਲੂ ਮਾਜਰਾ ਦੇ ਲਾਈਟਾਂ ਤੋਂ ਜੀ, ਉੱਥੋਂ ਆਪਣੇ ਓਲਡ ਪੰਚਕੁਲਾ ਤੋਂ 250 ਰੁਪਏ 'ਚ ਸ਼ਿਮਲੇ ਜਾ ਰਹੇ ਨੇ, ਪ੍ਰਾਈਵੇਟ ਗੱਡੀ ਖੜੀ ਕਰਕੇ ਆਵਾਜ਼ਾਂ ਮਾਰਦੇ ਨੇ ਉੱਥੇ ਹੀ ਨਾਲ ਟ੍ਰੈਫਿਕ ਵਾਲਿਆਂ ਦੇ ਜਾਂ ਪੁਲਿਸ ਵਾਲਿਆਂ ਦੇ ਟ੍ਰੈਫਿਕ ਬੂਥ ਬਣੇ ਹੋਏ ਹੁੰਦੇ ਨੇ। ਕੋਈ ਸੁਣਵਾਈ ਨਹੀਂ ਹੈ ਜੀ, ਕੁਝ ਵੀ ਨਹੀਂ ਹੋ ਰਿਹਾ। ਮੈਂ ਉਹੀ ਕਹਿ ਰਿਹਾ, ਜਦੋਂ ਪਬਲਿਕ ਦੇ ਬਿਲਕੁਲ ਸਾਹਮਣੇ, ਜਿਸ ਪਬਲਿਕ ਨੂੰ ਪਤਾ ਕਿ ਮੈਂ ਵਾਈਟ ਪਲੇਟ 'ਚ ਹੀ ਜਾ ਰਹੀ ਹਾਂ, ਉਹ ਐਪਲੀਕੇਸ਼ਨ ਤੋਂ ਵੀ ਬੁੱਕ ਨਹੀਂ ਕਰ ਰਿਹਾ, ਉਹਨੂੰ 500 ਰੁਪਏ 'ਚ ਸਿੱਧਾ ਦਿੱਲੀ ਛੱਡ ਕੇ ਆ ਰਿਹਾ ਕੋਈ ਬਾਈਪਾਸ 'ਚ, ਤਾਂ ਪਬਲਿਕ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਕਮਰਸ਼ੀਅਲ ਯੂਜ਼ ਜੋ ਤੁਸੀਂ ਕਰ ਰਹੇ ਹੋ ਤਾਂ ਉਹ ਕਮਰਸ਼ੀਅਲ ਗੱਡੀ 'ਤੇ ਹੀ ਹੋਣਾ ਚਾਹੀਦਾ, ਉਹਦੇ 'ਤੇ ਨਹੀਂ ਹੋਣਾ ਚਾਹੀਦਾ। ਬਲਾ ਕਿੱਥੋਂ ਦੀ ਕਾਰਪੂਲਿੰਗ ਹੈ ਜੀ? ਕਿਹਨੂੰ ਲਾਇਸੈਂਸ ਦਿੱਤਾ? ਉਹਦੇ ਕੋਲ ਤਾਂ GST ਨੰਬਰ ਵੀ ਹੈ ਨਹੀਂਗਾ, ਤੇ ਉਹਦੇ ਤੇ 500 ਰੁਪਏ ਜਾਂ 80 ਰੁਪਏ 'ਚ ਲੋਕ ਟਰਮੀਨਲ 3 ਤੇ ਛੱਡਣ ਜਾ ਰਹੇ ਨੇ। ਵਾਈਟ ਪਲੇਟ ਗੱਡੀ 17 ਸੈਕਟਰ 43 ਬੱਸ ਸਟੈਂਡ ਟ੍ਰਿਬਿਊਨ ਚੌਂਕ ਤੋਂ ਜੀ, ਇਹ ਆਮ ਗੱਡੀਆਂ ਜਾ ਰਹੀਆਂ ਨੇ ਜੀ, ਬਨੂੜ ਤੋਂ ਜਾ ਰਹੀਆਂ ਨੇ ਜੀ, ਟੋਲ ਤੋਂ ਪਰੇ, ਤੇ ਉੱਥੇ ਜਾ ਕੇ ਬਾਈਪਾਸ ਤੋਂ ਇਹ 2000 ਗੱਡੀ ਰੋਜ਼ ਅਪ ਕਰ ਰਹੀ ਹੈ, ਡਾਊਨ ਕਰ ਰਹੀ ਹੈ। ਜੇ ਤੁਸੀਂ 100 ਗੱਡੀ ਵੀ ਲਗਾਓ, ਰੋਜ਼ 100 ਗੱਡੀ ਸਾਡਾ ਇੱਕ ਗੱਡੀ ਦਾ ਨੁਕਸਾਨ ਕਰ ਰਹੀ ਹੈ ਜੀ, ਕਿਉਂਕਿ ਉਹ ਸਵਾਰੀ 3500 4000 ਰੁਪਏ ਦੀ ਹੈ। ਕਿੰਨਾ ਕੁ ਨੁਕਸਾਨ, ਜੇਕਰ ਮੈਂ ਇੱਕ ਡਰਾਈਵਰ ਦੀ ਗੱਲ ਕਰਾਂ, ਕਿੰਨਾ ਕੁ ਨੁਕਸਾਨ ਅਮੂਮਨ ਤੌਰ ਤੇ ਇੱਕ ਦਿਨ ਦੇ ਵਿੱਚ ਇੱਕ ਡਰਾਈਵਰ ਨੂੰ ਹੋ ਰਿਹਾ ਸਾਰੀਆਂ ਚੀਜ਼ਾਂ ਦੇ ਕਾਰਨ? ਮੈਮ ਅਸੀਂ ਸਾਰਾ ਦਿਨ ਅਗਰ CNG ਪਵਾ ਕੇ ਸ਼ਾਮ ਨੂੰ CNG ਖਤਮ ਕਰ ਦਿੰਦੇ, 400-500 ਸਾਡੇ ਕੋਲ ਪੈ ਰਿਹਾ। ਨਾ ਤਾਂ ਅਸੀਂ ਉਹਦੇ ਵਿੱਚ ਜੀ ਕੋਈ ਖਰਚਾ ਕੱਢ ਪਾ ਰਹੇ ਹਾਂ ਘਰ ਦਾ, ਨਾ ਕਿਸ ਦੇ ਪਾ ਰਹੇ ਹਾਂ। ਤੇ ਜਿਹੜਾ ਕੰਮ ਅਸੀਂ ਪਹਿਲਾਂ 2500 8-8 ਘੰਟੇ 'ਚ ਕੰਮ ਕਰਕੇ 2500 3000 ਰੁਪਏ ਕਮਾ ਕੇ ਆਪਣਾ ਸੋਹਣਾ ਰੋਜ਼ਗਾਰ ਕਰ ਰਹੇ ਸੀ, ਉਹ ਸਾਡਾ ਕੰਮ ਅਜੇ 18 ਘੰਟੇ ਦੇ ਵਿੱਚ। ਜਿਹੜੇ ਕੁਝ ਭਰਾ ਸਾਡੇ ਬਾਹਰੋਂ ਪਿੰਡਾਂ 'ਚੋਂ ਅੱਧਰੋਂ ਆ ਕੇ ਗੱਡੀ ਟੈਕਸੀ ਪਾ ਕੇ ਇੱਥੇ ਕੰਮ ਚਲਾ ਰਹੇ ਨੇ, ਟਰਾਈ ਸਿਟੀ 'ਚ, ਮੁਹਾਲੀ, ਚੰਡੀਗੜ੍ਹ ਜਿੱਥੇ ਵੀ ਚਲਾ ਰਹੇ ਨੇ, ਉਹਨਾਂ ਨੇ ਰੂਮ ਲਏ ਹੋਏ ਸੀ ਰੈਂਟ ਦੇ ਵਿੱਚ 4-5 ਉਹਨਾਂ ਨੇ ਉਹ ਰੂਮ ਦਾ ਕਿਰਾਇਆ ਵੀ ਨਹੀਂ ਭਰਿਆ, ਔਰ ਰੂਮ ਰੈਂਟ ਛੱਡ ਕੇ ਗੱਡੀ 'ਚ ਹੀ ਸੌ ਰਹੇ ਨੇ, ਔਰ ਪਬਲਿਕ ਟਾਇਲਟ ਦੇ ਵਿੱਚ ਸਵੇਰੇ ਨਹਾ ਧੋ ਕੇ ਤਿਆਰ ਹੋ ਕੇ ਫਿਰ ਗੱਡੀ 'ਚ ਬਹਿ ਜਾਂਦੇ ਨੇ। ਤੁਸੀਂ ਕਿ 25 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਤੁਸੀਂ ਚੱਲੂਗੇ, ਇਹਦਾ ਅਸਰ ਹੋਰ ਕਿਸੇ ਤੇ ਤਾਂ ਨਹੀਂ ਪਏਗਾ, ਨਾ ਐਡਮਿਨਿਸਟ੍ਰੇਸ਼ਨ ਤੇ ਪਏਗਾ, ਨਾ ਸਰਕਾਰ ਤੇ ਪਏਗਾ, ਲੇਕਿਨ ਅਸਰ ਤਾਂ ਆਮ ਇਨਸਾਨ ਦੀ ਜੇਬ ਤੇ ਪਏਗਾ ਨਾ। ਜਿਸ ਵਕਤ ਉਹ ਇੰਨੀ ਮਹਿੰਗੀ ਕੈਬ ਬੁੱਕ ਕਰੇਗਾ, ਉਹਨੂੰ ਕਿੰਨਾ ਔਖਾ ਹੋਏਗਾ। ਇਸ ਵਕਤ ਅਸੀਂ ਕਹਿੰਦੇ कन्वीनियंट हैगी यार रेट। मैम ऐसे है, देखिए कोविड से पहले कारपूलिंग शेयरिंग चलती थी, ठीक है जी, उसमें 50 रुपए की गाड़ी का अगर मान लो को रेट आता है किसी भी राइड का, तो वो हमारी सीट के हिसाब से 3 सवारियाँ बैठ जाती थी, जिसमें हमें 150 रुपये मिल जाता था। अब वो पूलिंग इन्होंने कोविड के बाद बंद कर दी, कोविड की वजह से, इंस्ट्रक्शंस की वजह से। अब तो कोविड नहीं रहा,
तो वो पुलिंग क्यों नहीं चला रहे? अब वो 50 रुपये की राइड हम लेके कैसे जाएंगे? अब 7 सीटर गाड़ी में अगर 50 मतलब ओला में मैंने 1.5 किलोमीटर उठाने गया कस्टमर को और 1 किलोमीटर पे ड्रॉप कर दिया, उस पर राइड पे रेट आया जी 30 रुपये। 30 रुपये से मुझे 30 रुपये उन्होंने कमीशन काट लिया अपना, उसमें से 15-18% GST काट लिया, 5% सर्विस टैक्स काट लिया जी। मेरे पास सिर्फ 12 रुपये आए हैं जी 7 सीटर गाड़ी आर्टिका पे, जिसका रोज का टैक्स अगर मैं 50 का लगाऊं तो 300 रुपये तो टैक्स है, और उसकी जो किस्त आ रही है उसके हिसाब से तो मेरा रोज का 800 रुपये तो मेरे किस्त के पैसे हैं। 800 रुपये मैंने सीएनजी डालनी है, 1600 500 रुपये मैंने ड्राइवर रख रखा है, तो 2000 तो मेरा खुद का खर्चा है। वो 2000 क्या मैंने 1000 रुपये भी घर नहीं लेके जा रहा हूँ। ਭਾਜੀ ਇੱਕ ਚੀਜ਼ ਹੁੰਦੀ ਹੈ, ਜਿਸ ਵਕਤ ਇਹ ਐਪਸ ਆਈਆਂ ਸੀਗੀਆਂ ਇਹਨਾਂ ਨੇ ਕਿਹਾ ਸੀ ਅਸੀਂ ਜਿਹੜੇ ਡਰਾਈਵਰ ਨਵੀਂ ਗੱਡੀ ਲੈ ਕੇ ਤੁਸੀਂ ਆਪਣੀ ਗੱਡੀ ਸ਼ੁਰੂ ਕਰੋ, ਅਸੀਂ ਤੁਹਾਡੀ ਸਹਾਇਤਾ ਕਰਾਂਗੇ, ਕੁਝ ਸਾਲਾਂ ਦੇ ਵਿੱਚ ਗੱਡੀ ਵੀ ਤੁਹਾਡੀ ਹੋ ਜੂਗੀ, ਕਮਾਈ ਵੀ ਤੁਹਾਡੀ ਹੋ ਜੂਗੀ। ਲੇਕਿਨ ਇਹਦੇ ਪਿੱਛੇ ਦੀ ਅਸਲੀਅਤ ਕਿੰਨੀ ਕੁ ਹੈਗੀ ਹੈ? ਖਰਚਾ ਚਲੋ ਹਰ ਇੱਕ ਬੰਦੇ ਦੇ ਹਿਸਾਬ ਨਾਲ ਜਾ ਰਿਹਾ ਆ ਰਿਹਾ, ਲੇਕਿਨ ਇਹਦੇ ਪਿੱਛੇ ਅਸਲੀਅਤ ਕਿੰਨੀ ਕੁ ਹੈਗੀ? ਜਿਹੜੇ ਓਲਾ ਆ, ਊਬਰ ਆ, ਜਿਨ੍ਹਾਂ ਨੇ ਕਿਹਾ ਸੀ, ਵਾਅਦੇ ਕੀਤੇ ਸੀ ਅਸੀਂ ਤੁਹਾਡੀ ਗੱਡੀ ਆਪਣੀ ਬਣਾ ਦਾਂਗੇ, ਤੁਹਾਡੀ ਆਪਣੇ ਐਂਟਰਪ੍ਰੇਨਿਓਰ ਹੋ ਜੂਗੇ। ਮੈਂ ਉਹਦੇ ਵਿੱਚ ਪਤਾ ਕੀ ਹੈ ਜੀ, ਉਹ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਸੀ, ਲਾਲਚ ਦਿੱਤੀ ਸੀ ਜੀ ਡਰਾਈਵਰਾਂ ਨੂੰ। ਉਹ ਅੱਜ ਵੀ ਕੰਟੀਨਿਊ ਹੈ, ਜਿਹੜੀਆਂ ਨਵੀਆਂ ਐਪਸ ਆ ਰਹੀਆਂ ਨੇ ਨਾ ਉਹਦੇ 'ਚ ਕਹਿ ਦਿੰਦੀਆਂ ਅਸੀਂ ਤੁਹਾਨੂੰ 20,000 ਰੁਪਏ ਮਹੀਨਾ ਦੇਵਾਂਗੇ, ਰਾਈਡ ਲੱਗੇ ਨਾ ਲੱਗੇ। ਉਹ ਗੁੰਮਰਾਹ ਕੀਤਾ ਜਾਂਦਾ ਹੈ। ਕੋਈ ਵੀ ਕੰਪਨੀ ਬਿਨਾਂ ਲਾਇਸੈਂਸ ਲਏ, ਐਗਰੀਗੇਟਰ ਲਾਇਸੈਂਸ ਲਏ ਸਟੇਟ ਦਾ, ਕੋਈ ਵੀ ਗੱਡੀ ਔਰ ਡਰਾਈਵਰ ਅਟੈਚ ਨਹੀਂ ਕਰ ਸਕਦੀ। ਇਹ ਲਾਅ ਹੈ ਐਗਰੀਗੇਟਰ ਪਾਲਿਸੀ ਦੇ ਅੰਦਰ। ਤੇ ਜੇ ਉਹ 2020 ਚ ਬਣਿਆ, ਉਹਨੂੰ ਲਾਗੂ ਸਰਕਾਰ, ਸੈਂਟਰ ਸਰਕਾਰ ਨੇ ਕਹਿਤਾ ਸਟੇਟ ਲਾਗੂ ਕਰਨੀ ਹੈ, ਐਗਰੀਗੇਟਰ ਪਾਲਿਸੀ ਵੀ ਬਣਾਉਣੀ ਹੈ, ਲਾਇਸੈਂਸ ਹੋਣ ਦੇਣੀ ਹੈ। ਤੇ ਉਹਨੂੰ ਲਾਗੂ ਕੌਣ ਕਰੇਗਾ? ਸਟੇਟ ਡਿਪਾਰਟਮੈਂਟ। ਤੇ ਜੇ ਉਹਨੂੰ ਲਾਗੂ ਨਹੀਂ ਕਰ ਸਕਦੇ, ਉਹ ਲਾਇਸੈਂਸ ਨਹੀਂ ਲੈ ਰਹੀਆਂ, ਤਾਂ ਉਹਨੂੰ ਪਲੇ ਸਟੋਰ ਤੇ ਕਿਉਂ ਡਾਊਨਲੋਡ ਹੋਣ ਦਿੰਦੇ ਹੋ? ਕਸਟਮਰ ਡਾਊਨਲੋਡ ਕਰੇਗਾ ਹੀ ਨਹੀਂ, ਚੱਕੇਗਾ ਨਹੀਂ, ਤਾਂ ਫਿਰ ਉਹ ਪਲੇ ਹੀ ਨਹੀਂ ਕਰੇਗਾ। ਅਗਰ ਤੁਸੀਂ ਉਹਨੂੰ ਓਪਨ ਕਰ ਰਹੇ ਹੋ, ਉਹਨੂੰ ਪਰਮਿਸ਼ਨ ਦੇ ਰਹੇ ਹੋ, ਤੁਹਾਡੀ ਕੋਈ ਸਾਠ ਘਟ ਹੈਗੀ ਹੈ, ਤੇ ਉਸ ਹਿਸਾਬ ਨਾਲ ਹੀ ਚੱਲੂਗਾ ਨਹੀਂ ਜੀ। ਫਿਰ ਉਹ ਇਹਨਾਂ ਨਾਲ ਕੋਈ ਨਾ ਕੋਈ ਅੰਡਰਸਟੈਂਡਿੰਗ ਇਹਨਾਂ ਦੀ ਹੈਗੀ ਹੈ, ਜਿਸ ਹਿਸਾਬ ਨਾਲ ਚੱਲ ਰਹੀ ਹੈ ਜੀ। ਇੱਕ ਬਾਈ ਜੀ ਨੇ ਗੱਲ ਹੁਣੇ ਕਹੀ ਸੀ, ਕਹਿੰਦੇ ਕਿ ਜਿਸ ਵਕਤ ਚਿੱਟੀ ਨੰਬਰ ਪਲੇਟ ਹੁੰਦੀ ਹੈ, ਪੀਲੀ ਨੰਬਰ ਪਲੇਟ ਹੁੰਦੀ ਹੈ, ਜਾਂ ਚਿੱਟੀ ਨੰਬਰ ਪਲੇਟ ਤੁਸੀਂ ਬਹਿੰਦੇ ਹੋ, ਤੇ ਉਹ ਜਿਹੜਾ ਇਨਸਾਨ ਹੈ ਉਹਦੀ ਸਿਕਿਉਰਿਟੀ ਦੇ ਨਾਲ ਵੀ ਉਹ ਹੁੰਦਾ ਹੈ, ਹੱਥਾਪਾਈ ਹੁੰਦੀ ਹੈ। ਕਿ ਜਿਸ ਵਕਤ ਤੁਸੀਂ ਕਹਿੰਦੇ ਹੋ ਕਿ ਉਹਦੀ ਸਿਕਿਉਰਿਟੀ ਤੇ ਵੀ ਕੁਐਸਚਨ ਉੱਠਦਾ, ਜਿਹੜਾ ਬੰਦਾ ਆ ਕੇ ਬਹਿੰਦਾ, ਕਸਟਮਰ ਬਹਿੰਦਾ ਆ, ਉਹ ਦੱਸੋਗੇ ਕਿ ਚਿੱਟੀ ਨੰबर प्लेट ਤੇ पीली नंबर प्लेट से एक्चुअल डिफरेंस की है? मैम ऐसे है, पहले तो वाइट प्लेट वैसे चलती थी, अब वाइट प्लेट की मतलब हमारे फेसबुक पे और व्हाट्सएप पे नंबर आ गए हैं कि आप हमारी गाड़ी अटैच करा लो वाइट प्लेट में, इन ड्राइवर में अलावा जो भी है सारी ऐपों में करा लो, इतने पैसे लगेंगे और 6 महीने की हम आपको गारंटी देंगे, आपकी गाड़ी ऑफ रोड नहीं होगी उसमें। ठीक है जी। वो वाइट प्लेट पे लिखता है वो कमर्शियल लाइसेंस है, जब आती है तो वाइट प्लेट आती है, हमें भी नहीं पता लगता, प्रशासन को भी नहीं पता लगता। वो तो जब वो बुक करने के लिए आते हैं तो बोलता है जी मेरी गाड़ी घर पे खड़ी है, खराब खड़ी है, तो मैं प्राइवेट पे चला रहा हूँ। ये चीज़ें हो रही हैं, बट वो प्रशासन को सब पता है, एप्लीकेशन पे तो है ही है ना जी। तो एप्लीकेशन ही जब लीगल ही नहीं है वो, तो उसको बंद करो। जब आपसे लाइसेंस ही नहीं लिया, सरकार को टैक्स नहीं दे रही, रेवेन्यू नहीं दे रही, अगर हम गाड़ी ले चंडीगढ़ दिल्ली लेके जाते हैं तो स्टेट टैक्स तो देंगे ना, रेवेन्यू तो आएगा ना सरकार को, तो वो तो कुछ भी नहीं दे रही वाइट प्लेट, तो फिर भी चलने दे रहे हैं, कैसे चलने दे रहे हैं? यही हमारा क्वेश्चन है जी। ਹੋਰ ਅੱਗੇ ਗੱਲ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਇਹਦੇ ਉੱਤੇ ਗੱਲ ਕਰੀਏ, ਇੱਕ ਚੀਜ਼ ਹੋਰ ਆ ਜਾਂਦੀ ਹੈ। ਜਿਸ ਵਕਤ ਤੁਸੀਂ ਅੱਜ ਟਰਾਈ ਸਿਟੀ ਦੇ ਵਿੱਚ ਧਰਨਾ ਦਿੱਤਾ ਹੈ, ਮੋਰਚਾ ਟਰਾਈ ਸਿਟੀ ਦੇ ਵਿੱਚ ਲਗਾਇਆ, ਲੇਕਿਨ ਇਹ ਤੋਂ ਪਹਿਲਾਂ ਇਹ ਵੀ ਹੈ ਕਿ ਪੰਜਾਬ, ਹਰਿਆਣਾ, ਹੋਰ ਵੀ ਆਲੇ ਦੁਆਲੇ ਦੀਆਂ ਜਿਹੜੀਆਂ ਸਟੇਟਸ ਨੇ, ਉੱਥੇ ਵੀ ਇਹੀ ਹਾਲਾਤ ਚੱਲ ਰਹੇ ਨੇ, ਉਹ ਵੀ ਤੁਹਾਡੇ ਨਾਲ ਮੌਜੂਦ ਨੇ ਕਿ ਸਿਰਫ ਤੁਹਾਡਾ ਮੋਰਚਾ ਹੀ ਹੈ? ਨਹੀਂ, ਸਾਰੇ ਸਾਡੇ ਨਾਲ ਮੌਜੂਦ ਨੇ। ਪਹਿਲਾਂ ਜੋ ਲਾਸਟ ਸਟ੍ਰਾਈਕ ਹੋਈ ਸੀ 20 ਦੇ ਵਿੱਚ, ਉਹ 8 ਫੇਸ ਹੋਈ ਸੀਗੀ ਹਮ ਸਭ, ਉਹ 20 ਦਿਨਾਂ ਦੀ ਸਟ੍ਰਾਈਕ ਚੱਲੀ ਸੀਗੀ। ਦੇਖ ਲਓ 20 ਦਿਨਾਂ ਦੀ ਸਟ੍ਰਾਈਕ ਚੱਲਣ ਤੋਂ ਬਾਅਦ ਵੀ ਸਾਡਾ ਲੱਖਾਂ ਕਰੋੜਾਂ ਦਾ ਨੁਕਸਾਨ ਕਰਾਉਣ ਤੋਂ ਬਾਅਦ ਵੀ ਉਸ ਟਾਈਮ ਵੀ ਸਾਡੇ ਮੁੱਦੇ ਹੱਲ ਨਹੀਂ ਹੋਏ। ਉਸ ਟਾਈਮ ਵੀ ਇਹੀ ਮੁੱਦੇ ਸੀਗੇ ਤੇ ਅੱਜ ਵੀ ਇਹੀ ਮੁੱਦੇ ਨੇ। ਦੇਖ ਲਓ ਤੇ ਕਿੱਦਾਂ ਆਪਾਂ ਪ੍ਰਸ਼ਾਸਨ ਉੱਤੇ ਯਕੀਨ ਕਰ ਲਈਏ ਕਿ ਉਹ ਸਾਨੂੰ ਆਸ਼ਵਾਸਨ ਤੇ ਆਸ਼ਵਾਸਨ ਦੇਈ ਜਾਂਦੇ ਨੇ, ਪਰ ਸਾਡੀ ਸੁਣਵਾਈ ਫਿਰ ਵੀ ਨਹੀਂ ਕੋਈ ਹੁੰਦੀ। 2014 ਦੇ ਹਾਂ ਬਿਲਕੁਲ, ਇੱਕ ਗੱਲ ਜ਼ਰੂਰ ਕਰਾਂਗੇ। ਹਾਂਜੀ, ਇਹ ਤੁਸੀਂ ਇੱਕ ਸਕਰੀਨਸ਼ਾਟ ਦਿਖਾ ਰਹੇ ਹੋ, ਪ੍ਰਿਯੰਕਾ ਗੋਇਲ ਦੇ ਨਾਮ ਦਾ 27 ਰੁਪਏ ਦੱਸੇ ਜਾ ਰਹੇ ਨੇ। ਕੀ ਹੈ ਕਿ ਇਹ ਸਕਰੀਨਸ਼ਾਟ ਜਿਹੜਾ ਹੈ ਇਹ ਰਾਈਡ ਦਾ ਰੇਟ ਮੈਮ ਤੁਸੀਂ ਜਿਹੜਾ ਕਹਿ ਰਹੇ ਨਾ ਕਿ 25 ਰੁਪਏ ਰੇਟ ਮਤਲਬ ਕਿ ਜੇ ਅੱਜ ਕਰਦੀਆਂ ਕੰਪਨੀਆਂ ਕਿ ਆਮ ਪਬਲਿਕ ਦੇ ਮਤਲਬ ਕਿ ਜੇਬ ਤੋਂ ਜਾਏਗਾ, 2014 ਦੇ ਵਿੱਚ ਇਹ ਕੰਪਨੀਆਂ ਇੱਥੇ ਆਈਆਂ ਸੀ। ਠੀਕ ਆ, ਮੈਂ ਸਟਾਰਟਿੰਗ ਮਤਲਬ ਕਿ ਮੈਂ ਖੁਦ ਕੀਤੀ ਸੀ ਨਾ ਕੰਪਨੀ ਦੀ। ਉਦੋਂ ਇਹਨਾਂ ਦਾ ਕੰਪਨੀ ਦੀ ਇੱਕ ਪਾਲਿਸੀ ਹੁੰਦੀ ਸੀ, ਕਸਟਮਰ ਅਗਰ ਇੱਕ ਕੈਬ ਬੁੱਕ ਕਰੂਗਾ ਉਹਦਾ ਮੈਕਸਿਮਮ ਫੇਅਰ ਹੁੰਦਾ 99 ਰੁਪੀਸ। ਤੁਸੀਂ ਚਾਹੇ ਇਸ ਖਿੜਕੀ ਨੂੰ ਬੈਠੋ, ਟ੍ਰਿਪ ਸਟਾਰਟ ਹੋ ਗਿਆ, ਉਸ ਖਿੜਕੀ ਨੂੰ ਉਤਰ ਜਾਓ, ਮੈਕਸਿਮਮ 99 ਰੁਪੀਸ ਹੁੰਦਾ ਸੀ। ਔਰ ਉਸ ਟਾਈਮ ਮਤਲਬ ਕਿ 2014 ਦੇ ਵਿੱਚ ਡੀਜ਼ਲ ਦੇ ਰੇਟ ਸੀ 38 ਰੁਪਏ ਪਰ ਲੀਟਰ। ਠੀਕ ਆ, ਜੋ ਅੱਜ 98 ਰੁਪਏ ਦੇ ਆਸ-ਪਾਸ ਪਹੁੰਚ ਚੁੱਕਿਆ। ਠੀਕ ਆ, ਜੇ ਮਤਲਬ ਕਿ ਇਸ 2014 ਤੋਂ ਲਾਈਏ ਤਾਂ ਪਬਲਿਕ ਨੇ ਗਰੋਥ ਹੀ ਕੀਤੀ ਆ। ਚੰਡੀਗੜ੍ਹ, ਜ਼ੀਰਕਪੁਰ ਤੁਸੀਂ ਲਗਾ ਲਓ ਕਿੱਥੋਂ ਤੋਂ ਕਿੱਥੇ ਪਹੁੰਚ ਚੁੱਕਿਆ, ਮੋਹਾਲੀ ਕਿੱਥੋਂ ਤੋਂ ਕਿੱਥੇ ਪਹੁੰਚ ਚੁੱਕਿਆ ਹੈ। ਹਰ ਇੱਕ ਚੀਜ਼ ਨੇ ਇੱਥੋਂ ਤੱਕ ਕਿ ਤੁਹਾਡੇ ਚੈਨਲ ਨੇ ਵੀ ਗਰੋਥ ਕੀਤੀ ਨਾ, ਸਟਾਰਟਿੰਗ ਤਾਂ ਨੀਵੇਂ ਪੱਧਰ ਤੋਂ ਹੀ ਕੀਤੀ ਸੀ ਨਾ। ਸੋ ਇੱਕ ਡਰਾਈਵਰ ਕਿਉਂ ਐਸਾ ਹੈ ਵੀ ਹਰ ਚੀਜ਼ ਨਾਲ ਸਰਵਾਈਵ ਕਰੇ। ਉਸ ਟਾਈਮ ਸਾਨੂੰ 99 ਰੁਪੀਸ ਮਿਲਦੇ ਰਹੇ, ਹੁਣ 27 ਰੁਪਏ ਆ ਗਏ ਆ।
ਮਤਲਬ ਕਿ ਗੱਡੀਆਂ ਦੀ ਕੀਮਤਾਂ, ਜਿਹੜੀ ਡਿਜ਼ਾਇਰ ਗੱਡੀ ਉਸ ਟਾਈਮ ਮੈਮ ਲਿੱਤੀ ਸੀ 4.5 ਤੋਂ 5 ਲੱਖ ਰੁਪਏ ਕੀਮਤ ਸੀ, ਜਿਹਦੀ ਅੱਜ ਕੀਮਤ 10 ਲੱਖ ਰੁਪਏ ਹੋਈ ਹੈ। ਕਿਆ ਸਾਡੇ ਰੇਟਾਂ 'ਚ ਮਤਲਬ ਕਿ ਵਾਧਾ ਹੋਣਾ ਨਹੀਂ ਚਾਹੀਦਾ? ਸੋ ਪ੍ਰਸ਼ਾਸਨ ਨਹੀਂ, ਇੱਕ ਚੀਜ਼ ਹੈਗੀ ਹੈ, ਮੈਂ ਇੱਕ ਚੀਜ਼ ਹੋਰ ਹੈ, ਕਿਉਂਕਿ ਅਮੂਮਨ ਤੌਰ ਤੇ ਮੈਂ ਵੀ ਕੈਬ ਬੁੱਕ ਕਰਦੀ ਹਾਂ, ਕਿਉਂਕਿ ਮੈਂ ਇੱਥੋਂ ਦੀ ਚੰਡੀਗੜ੍ਹ ਤੋਂ ਨਹੀਂ ਆ, ਮੈਂ ਅਮੂਮਨ ਤੌਰ ਤੇ ਕੈਬ ਬੁੱਕ ਕਰਕੇ ਜਾਂਦੀ ਹਾਂ। ਲੇਕਿਨ ਬਥੇਰੀ ਵਾਰੀ ਇਦਾਂ ਹੁੰਦਾ, ਲੋਕਾਂ ਦੀ ਵੀ ਸ਼ਿਕਾਇਤ ਹੈਗੀ, ਕਹਿੰਦੇ ਕਿ ਜਿਸ ਵਕਤ 2-4 ਮਿੰਟ ਉੱਪਰ ਨੀਚੇ ਹੋ ਜਾਏ ਜਾਂ ਕਿਸੇ ਡਰਾਈਵਰ ਦਾ ਮੂਡ ਠੀਕ ਨਾ ਹੋਵੇ, ਉਹ ਰਾਈਡ ਕੈਂਸਲ ਕਰਕੇ ਚਲ ਜਾਂਦਾ ਤੇ ਕਸਟਮਰ ਜਿਹੜਾ ਉਹ ਅਗਲੇ 35 40 65 ਰੁਪਏ ਜਿਹੜਾ ਹੈ ਉਹ ਇਸੇ ਤਰੀਕੇ ਨਾਲ ਭੁਗਤਦਾ ਰਹਿੰਦਾ। ਉਹਦੇ ਵਿੱਚ ਮਿਸਕਮਿਊਨੀਕੇਸ਼ਨ ਹੀ ਹੁੰਦੀ ਹੈ ਕਿ ਕਸਟਮਰ ਉਬਰ ਦਾ ਆਪਾਂ ਕੋਈ ਰਾਈਡ ਬੁੱਕ ਕਰਦੇ ਹੈਗੇ, ਉਹਦੇ ਵਿੱਚ ਮੈਸੇਜ ਹੀ ਜਾਂਦਾ ਹੈਗਾ, ਮੈਸੇਜ ਨਾਲ ਹੀ ਗੱਲ ਹੁੰਦੀ ਹੈਗੀ ਆ। ਹੁਣ ਇਧਰੋਂ ਡਰਾਈਵਰ ਨੇ ਮੈਸੇਜ ਕਰਤਾ ਕਿ ਆਈ ਹੈਵ ਅਰਾਈਵਡ, ਉਹ 'ਚ ਇਹ ਆਪਸ਼ਨ ਆਉਂਦੀ ਹੈਗੀ ਆ। ਹੁਣ ਕਸਟਮਰ ਉਹ ਅੱਗੇ ਰਿਪਲਾਈ ਨਹੀਂ ਕਰਦਾ, ਕਸਟਮਰ ਕੀ ਕਰਦਾ ਹੈ, ਮੈਨੂੰ ਕਾਲ ਕਰੋ। ਹੁਣ ਕਾਲ ਕਰਨ ਲਈ ਉਹਦੇ ਕੋਲ ਹੁਣ ਡਾਟਾ ਨਹੀਂ ਕਾਲ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਉਹ 'ਚ ਪ੍ਰੋਬਲਮ ਅਗਰ ਆ ਰਹੀ ਆ ਤੇ ਕਸਟਮਰ ਦਾ ਹੀ ਫਰਜ਼ ਬਣਦਾ ਕਿ ਜੇ ਤੁਸੀਂ ਆਉਣਾ ਹੈ, ਜੇ ਤੁਸੀਂ ਜਾਣਾ ਹੈ ਕਨਫਰਮ, ਤੁਸੀਂ ਉਹਦੇ ਉੱਤੇ ਉਹਨੂੰ ਕਰੋ ਕਿ ਆਈ ਐਮ ਕਮਿੰਗ ਜਾਂ ਕੁਝ ਵੀ ਤੁਸੀਂ ਕਰੋ। 90% ਇਹ ਪ੍ਰੋਬਲਮ ਆਉਂਦੀ ਹੈ ਮੈਮ, ਉਹ ਨਹੀਂ ਭੇਜਦੇ ਮੈਸੇਜ, ਕਸਟਮਰ ਵੇਟ ਕਰਦੇ ਰਹਿੰਦੇ ਕਿ ਡਰਾਈਵਰ ਕਾਲ ਕਰੇਗਾ ਤੇ ਫਿਰ ਅਸੀਂ ਜਾਵਾਂਗੇ। ਕਸਟਮਰ ਅੱਜ ਕੱਲ੍ਹ ਤਿੰਨ ਕੰਪਨੀਆਂ ਦੇ ਰਾਈਡ ਬੁੱਕ ਕਰਦਾ ਹੈ, ਜਿਹੜੀ ਫਸਟ ਪਹੁੰਚ ਗਈ ਉਹ 'ਚ ਬੈਠ ਕੇ ਚਲੇ ਜਾਂਦਾ ਹੈ। ਬਾਕੀ ਕੈਂਸਲ ਵੀ ਨਹੀਂ ਕਰਦੇ ਜੀ ਉਹਨਾਂ ਨੂੰ, ਫਿਰ ਬਾਕੀ ਰਾਈਡਰ ਨੂੰ ਕੈਂਸਲ ਵੀ ਨਹੀਂ ਕਰਦੇ। ਠੀਕ ਹੈ ਜੀ, ਤੇ ਫਿਰ ਅਸੀਂ ਤਾਂ ਆਪਣੀ ਗੱਡੀ ਲੈ ਕੇ ਜਾ ਰਹੇ ਮੈਮ, ਕੰਪਨੀ ਤਾਂ ਸਾਨੂੰ ਪੇ ਕਰੇਗੀ ਨਾ। ਜੇ ਆਪਾਂ ਮੌਕੇ ਤੇ ਗਏ ਆ 5 ਮਿੰਟ ਵੇਟ ਕੀਤੀ ਹੈ ਤਾਂ ਸਾਨੂੰ 35 ਰੁਪਏ ਜਾਂ 30 ਰੁਪਏ ਮਿਲ ਰਹੇ ਆ ਉੱਥੇ। ਠੀਕ ਹੈ ਜੀ, 22 ਰੁਪਏ। ਤੁਸੀਂ ਕਦ ਤੋਂ ਇਹ ਕੰਮ ਕਰ ਰਹੇ ਹੋ ਔਰ ਕਿੰਨਾ ਕੁ ਚਿਰ ਤੁਹਾਨੂੰ ਹੋ ਗਿਆ, ਤੁਹਾਡਾ ਕਿੰਨਾ ਕੁ ਲਾਸ ਹੈਗਾ? ਮੈਂ 2018 ਤੋਂ ਕਰ ਰਿਹਾ ਜੀ ਮੈਮ। ਮੈਂ ਜੌਬ ਛੱਡੀ ਹੈ, ਜੌਬ ਛੱਡਣ ਤੋਂ ਬਾਅਦ ਇਹ ਕੰਮ ਕੀ ਕਰਦੇ ਸੀ ਤੁਸੀਂ ਪਹਿਲਾਂ? ਮੈਂ ਰਿਟੇਲ ਦੇ ਵਿੱਚ ਐਜ਼ ਅ ਸਟੋਰ ਮੈਨੇਜਰ ਸੀਗਾ ਕੰਪਨੀ ਦੇ ਉਹ ਵਿੱਚ। 'ਚ ਕਿੰਨਾ ਕੁ ਕਮਾ ਲੈਂਦੇ ਸੀ ਤੇ ਹੁਣ ਕੀ ਹਾਲਾਤ ਨੇ? ਮੈਂ ਆਪਣਾ ਕੰਮ ਕਰਨਾ ਚਾਹੁੰਦਾ ਸੀਗਾ ਜੀ, ਮੈਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦਾ ਸੀਗਾ ਜੀ, ਇਸ ਕਰਕੇ ਮੈਂ ਆਪਣਾ ਕੈਬ ਪਾਈ ਤਾਂ ਮੈਂ ਇਸ ਲਾਈਨ ਦੇ ਵਿੱਚ ਆਇਆ। ਆਪਣਾ ਕੰਮ ਵੀ ਇਸੇ ਕਰਕੇ ਇਹ ਚੰਗਾ ਲੱਗਾ ਸੀ ਕਿਉਂਕਿ ਇਹਨਾਂ ਦੀ ਪ੍ਰਮੋਸ਼ਨ ਇਦਾਂ ਦੀ ਸੀਗੀ ਕਿ ਤੁਸੀਂ ਐਂਟਰਪ੍ਰੈਨਿਓਰ। ਸਟਾਰਟਿੰਗ 'ਚ ਬਹੁਤ ਵਧੀਆ ਸੀਗਾ ਮੈਮ ਸਿਸਟਮ, ਬਟ ਹੁਣ ਨਹੀਂ ਹੈ ਸਿਸਟਮ, ਤਾਂ ਇਹਨਾਂ ਦੇ ਨਾਲ ਖੜੇ ਆ ਮੈਮ, ਪਰੇਸ਼ਾਨ ਹੋ। ਸਟਾਰਟਿੰਗ ਤੇ ਹੁਣ ਤੱਕ ਕੀ ਡਿਫਰੈਂਸ ਤੁਹਾਨੂੰ ਨਜ਼ਰ ਆਇਆ? ਜਿਸ ਵਕਤ ਸ਼ੁਰੂਆਤ ਕੀਤੀ ਸੀ 2018 ਚ, ਅੱਜ 2023 ਹੈ। ਮੈਮ ਉਸ ਟਾਈਮ ਗੱਡੀਆਂ ਘੱਟ ਸੀਗੀਆਂ, ਲਾਲਚ ਕੰਪਨੀਆਂ ਜ਼ਿਆਦਾ ਦਿੰਦੀਆਂ ਸੀਗੀਆਂ ਜੀ। ਹੁਣ ਕੁਝ ਵੀ ਨਹੀਂ, ਹੁਣ ਤਾਂ ਗੱਡੀਆਂ ਜਣਾ ਖਣਾ ਵਾਈਟ ਨੰਬਰ ਪਲੇਟ ਲੈ ਕੇ ਘੁੰਮ ਰਹੇ ਆ ਜੀ, ਪਤਾ ਹੀ ਨਹੀਂ ਲੱਗਦਾ ਜੀ। ਇਲੈਕਟ੍ਰਿਕ ਗੱਡੀਆਂ ਅਟੈਚ ਹੋ ਗਈਆਂ ਜੀ। ਠੀਕ ਹੈ ਜੀ, ਕੰਪਨੀ ਪਤਾ ਨਹੀਂ ਕਿੱਦਾਂ ਉਹਨਾਂ ਨੂੰ ਆਪਣਾ ਜੋੜੀ ਜਾ ਰਹੀ ਹੈ ਆਪਣੇ ਨਾਲ ਜੀ, ਸਾਨੂੰ ਕੁਝ ਨਹੀਂ ਸਮਝ ਆ ਰਿਹਾ ਜੀ। ਇਸ ਵਕਤ ਤਾਂ ਇੰਨਾ ਧੱਕਾ ਚੱਲ ਰਿਹਾ ਨਾ, ਇੱਕ ਡਰਾਈਵਰ ਇੱਕ ਰਾਈਡ ਲੈ ਕੇ ਦਿੱਲੀ ਜਾਂਦਾ ਹੈ, ਉੱਥੇ ਕਸਟਮਰ ਤੋਂ ਇਨਕਲੂਡ ਟੋਲ ਟੈਕਸ ਉਹ 5000 ਰੁਪਏ ਲੈਂਦਾ ਜੋ ਉਹਦਾ ਬਣਦਾ ਹੈ ਹੱਕ। ਠੀਕ ਹੈ, ਕਸਟਮਰ ਕੀ ਕਰਦਾ, ਇੱਕ ਕੰਪਲੇਂਟ ਕਰਦਾ ਕਿ ਡਰਾਈਵਰ ਮੇਰੇ ਤੋਂ 3500 ਰੁਪਏ ਐਕਸਟਰਾ ਲੈ ਗਿਆ। ਤੁਸੀਂ ਜੈਨੂਨ ਲਾ ਲਓ, ਕੋਈ ਕਸਟਮਰ ਡਰਾਈਵਰ ਨੂੰ 3500 ਰੁਪਏ ਐਕਸਟਰਾ ਦੇ ਦੂਗਾ? ਕੰਪਨੀ ਵਿਦਆਊਟ ਮਤਲਬ ਕਿ ਡਰਾਈਵਰ ਦਾ ਨੰਬਰ ਵੀ ਆਏਗਾ, ਕਸਟਮਰ ਦਾ ਆਏਗਾ, ਵਿਦਆਊਟ ਮਤਲਬ ਕਿ ਵੈਰੀਫਾਈ ਕਰੇ 3500 4000 ਰੁਪਏ ਉਹਨਾਂ ਦਾ ਮਾਈਨਸ 'ਚ ਕਰ ਦਿੰਦੇ ਆ। ਠੀਕ ਹੈ, ਇੱਕ ਜਿਹੜਾ ਦਿੱਲੀ ਗਿਆ ਡਰਾਈਵਰ, ਉਸ ਦੇ ਉੱਤੇ ਕੀ ਬੀਤਦੀ ਉਸ ਵਕਤ? ਉੱਤੋਂ ਉਹਦਾ ਅਕਾਊਂਟ ਦੇ ਉੱਤੇ ਕੈਸ਼ ਟ੍ਰਿਪ ਬੰਦ ਕਰ ਦਿੱਤੇ ਜਾਂਦੇ ਆ, ਉਹਨੂੰ ਖਾਲੀ। ਹੁਣ 4000 ਰੁਪਏ 5000 ਰੁਪਏ ਜਿਹੜਾ ਉਹਨੇ ਕਮਾਇਆ, ਚ ਉਹਨੇ CNG ਵੀ ਪਵਾਈ ਹੈ, ਟੋਲ ਵੀ ਕਟਾਏ ਆ, ਉਹ ਕਿੱਥੇ ਪੇ ਕਰੂਗਾ? ਪਹਿਲਾਂ ਉਹ 4000 ਰੁਪਏ ਕੰਪਨੀ ਦਾ ਜਿਹੜਾ ਮਾਈਨਸ ਦੇ ਵਿੱਚ ਚਲਾ ਗਿਆ ਉਹ ਉਤਾਰੂਗਾ ਤਾਂ ਉਹਨੂੰ ਟ੍ਰਿਪ ਮਿਲੂਗਾ ਜਾਂ ਨਹੀਂ ਮਿਲੂਗਾ, ਜਾਂ ਉਹਦੀ ਕੋਈ ਗਾਰੰਟੀ ਨਹੀਂ ਹੈਗੀ। ਬਹੁਤ ਸਾਰੇ ਡਰਾਈਵਰ ਆ ਜਿਨ੍ਹਾਂ ਦੇ 4-4 5-5000 ਰੁਪਏ ਖੜਾ ਹੈ। ਕੁਝ ਕਿੰਨਾ ਕੰਪਨੀਆਂ ਦੇ ਵੀ ਦੋਸ਼ ਆ ਜਿਹੜੀਆਂ ਅੱਜ ਅਨਲੀਗਲ ਕੰਪਨੀਆਂ ਇੱਥੇ ਚੱਲੀਆਂ ਹੈ, ਵਿਦਆਊਟ ਰੀਜ਼ਨ ਆਈਡੀਆਂ ਬੰਦ ਕੀਤੀਆਂ ਗਈਆਂ, ਵਿਦਆਊਟ ਮਤਲਬ ਕਿ ਰੀਜ਼ਨ। ਕਸਟਮਰ ਦਾ ਇਸ ਟਾਈਮ ਤੇ ਮਤਲਬ ਕਿ ਜ਼ਿਆਦਾ ਤੋਂ ਜ਼ਿਆਦਾ ਪ੍ਰਾਇੋਰਟੀ ਜਿਹੜੀ ਕਸਟਮਰ ਨੂੰ ਦਿੱਤੀ ਜਾਂਦੀ ਹੈ। 2014 ਚ ਮਾਮਲਾ ਨਾਲ ਜੁੜਿਆ ਸੀ, 9 ਸਾਲ ਹੋ ਚੁੱਕੇ ਮੈਨੂੰ ਕੰਮ ਕਰਦੇ ਨੂੰ। ਠੀਕ ਹੈ, ਮਤਲਬ ਕਿ 2017 ਤੱਕ ਇਹਨਾਂ ਦਾ ਕੰਮ ਬਹੁਤ ਸੋਹਣਾ ਸੀ, ਮਤਲਬ ਕਿ ਮੈਨੂੰ ਕਹਿੰਦੇ ਤਾਂ 2017 ਤੱਕ ਮੈਂ 3000 ਰੁਪਏ ਬੱਚਤ ਆਪਣੀ ਡੇਲੀ ਘਰ ਲੈ ਕੇ ਆਉਂਦਾ ਸੀ। ਪਰ ਇਸ ਟਾਈਮ ਮਤਲਬ ਕਿ ਤੁਸੀਂ ਲਾ ਲਓ ਵੀ ਮੈਕਸਿਮਮ ਸਾਰੇ ਖਰਚੇ ਕੱਢ ਕੇ 500 400 500 ਰੁਪਏ ਬਚ ਰਿਹਾ। ਇਹ ਹਾਲਾਤ ਅੱਜ ਕੰਪਨੀਆਂ ਦੇ। ਬਿਲਕੁਲ ਹੈ ਸਰ। ਅੱਗੇ ਜੇਕਰ ਅਸੀਂ ਪ੍ਰਸ਼ਾਸਨ ਨਾਲ ਗੱਲ ਕਰੀਏ, ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਦੇ ਵੱਲੋਂ, ਕੀ ਤੁਹਾਨੂੰ ਦਿਲਾਸਾ ਦਿੱਤਾ ਜਾ ਰਿਹਾ ਜਾਂ ਕੰਪਨੀਆਂ ਦੇ ਵੱਲੋਂ ਤੁਹਾਡੇ ਤੱਕ ਕੋਈ ਪਹੁੰਚ ਕੀਤੀ ਗਈ ਹਲੇ ਤੱਕ? ਸਰ ਮੈਮ ਸਾਡੀ ਕੱਲ੍ਹ ADC ਸਾਹਿਬ ਮੈਮ ਸਰ ਨਾਲ ਗੱਲ ਹੋਈ ਸੀਗੀ, ਉਹਨਾਂ ਨੇ ਬਿਠਾਇਆ ਸੀ ਸਾਨੂੰ, 4 ਬੰਦੇ ਨੂੰ ਬੁਲਾਇਆ ਸੀ ਕਿ ਤੁਸੀਂ ਪ੍ਰੋਟੈਸਟ ਕਰ ਲਓ, ਕੋਈ ਦਿੱਕਤ ਨਹੀਂ ਹੈ, ਸ਼ਾਂਤਮਈ ਢੰਗ ਨਾਲ ਕਰੋ, ਕੀ ਤੁਹਾਡੀ ਰਣਨੀਤੀ ਹੋਏਗੀ, ਕੀ ਕਰਨਾ ਚਾਹੁੰਦੇ ਹੋ, ਕੋਈ ਹੁੱਲੜਬਾਜੀ ਜੋ ਵੀ ਚੀਜ਼ਾਂ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਸਾਡੀ ਗੱਲ ਹੋਈ। ਸਾਡਾ ਐਡਮਿਨਿਸਟ੍ਰੇਸ਼ਨ ਦਾ ਬੰਦਾ ਆਏਗਾ, ਤੁਹਾਡੇ ਨਾਲ ਗੱਲ ਕਰੇਗਾ, ਮੈਂ ਕਰ ਲਾਂਗਾ। ਔਰ ਮੈਂ ਨਈ ਜੁਆਇਨਿੰਗ ਕੀਤੀ ਆ, ਉਹ STA ਨਾਲ ਵੀ STA ਦੀ ਉਹਨਾਂ ਕੋਲ ਵੀ ਪੋਜੀਸ਼ਨ ਆਈ ਆ, ਨਾਲੇ ਉਹ ADC ਵੀ ਨੇ। ਠੀਕ ਹੈ ਜੀ, ਹੁਣ ਫੋਨ ਆਇਆ ਹੈ ਮੇਰੇ ਕੋਲ DSP ਸਾਹਿਬ ਦਾ ਕਿ ਬਈ ਤੁਸੀਂ ਉੱਠੋ, ਤੇ ਅਸੀਂ ਕਿਹਾ ਜੀ ਸਾਡੇ ਕੋਲ ਤਾਂ ਐਡਮਿਨਿਸਟ੍ਰੇਸ਼ਨ ਦਾ ਕੋਈ ਬੰਦਾ ਹੀ ਨਹੀਂ ਆਇਆ, ਅਸੀਂ ਕਿੱਥੇ ਉੱਠ ਜਾਈਏ? ਕਹਿੰਦੇ ਫਿਰ DC ਸਾਹਿਬ ਕੋਲ, ਤੁਸੀਂ ADC ਸਾਹਿਬ ਕੋਲ ਜਾਓ ਔਰ ਉਹਨਾਂ ਤੋਂ ਪਰਮਿਸ਼ਨ ਲਓ ਭੁੱਖ ਹੜਤਾਲ ਬੈਠਣ ਦੀ। ਤੇ ਅਸੀਂ ਤਾਂ ਗਵਰਨਰ ਸਾਹਿਬ ਤੋਂ ਪਰਮਿਸ਼ਨ ਲੈ ਰਹੇ ਹਾਂ ਜੀ। ਅਸੀਂ ਤਾਂ ਕਹਿ ਰਹੇ ਹਾਂ, ਸਾਰੀ ਮੀਡੀਆ ਤੇ 7 ਤਰੀਕ ਤੋਂ ਪ੍ਰੈਸ ਕਾਨਫਰੰਸ ਕੀਤੀ ਹੈ, ADC ਸਾਹਿਬ ਨੂੰ ਕੱਲ੍ਹ ਕੀਤਾ ਹੈ, ਤੇ ਕਹਿ ਕੇ ਆਏ ਹਾਂ ਵੀ 10 ਤਰੀਕ ਅਸੀਂ ਭੁੱਖ ਹੜਤਾਲ ਤੇ, ਅਸੀਂ ਪਰਮਿਸ਼ਨ ਕਾਹਦੀ ਲੈਣੀ ਹੈ? ਔਰ ਜੇ ਲੈਣੀ ਹੈ ਤਾਂ ਸਾਰੇ 4 ਬੰਦੇ ਜਾਣਗੇ ਉੱਥੇ, ਪਰਮਿਸ਼ਨ ਵਾਸਤੇ ਦੇਣਗੇ ਐਪਲੀਕੇਸ਼ਨ। ਧਰਨਾ ਪ੍ਰਦਰਸ਼ਨ ਦਾ ਤਾਂ ਹੱਕ ਸਾਰਿਆਂ ਦਾ ਹੈਗਾ। ਬਿਲਕੁਲ, ਅਸੀਂ ਰੈਲੀ ਗਰਾਊਂਡ ਜਿਹੜਾ ਉਹਨਾਂ ਨੇ ਪ੍ਰੋਟੈਸਟ ਦਾ ਬਣਾਇਆ ਹੋਇਆ ਜੀ, ਅਸੀਂ ਉੱਥੇ ਬੈਠੇ ਹਾਂ। ਕੁਝ ਨਹੀਂ, ਸਾਨੂੰ ਸਾਡੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਜੀ।
ਬਈ ਉੱਠੋ, ਤੁਸੀਂ ਉੱਠੋ, ਅਸੀਂ ਕਿਸੇ ਤਰੀਕੇ ਨਾਲ ਨਹੀਂ ਉੱਠਾਂਗੇ ਜੀ। ਜਿੰਨਾ ਸਾਡਾ ਇੱਕ ਵੀ ਮੇਰਾ ਜਿਹੜਾ ਵੀ ਇੱਥੇ ਡਰਾਈਵਰ, ਇੱਕ ਡਰਾਈਵਰ ਵੀ ਜਦੋਂ ਤੱਕ ਕਹੇਗਾ ਨਹੀਂ ਕਿ ਮਾਨ ਤੂੰ ਅਜੇ ਤੱਕ ਉੱਠਣਾ ਨਹੀਂ, ਅਸੀਂ ਉਹ ਨਹੀਂ ਉੱਠ ਸਕਦੇ ਜੀ। ਕਿਉਂਕਿ ਇਹ ਆਵਾਜ਼ ਇਕੱਲੇ ਪ੍ਰਧਾਨ ਦੀ, ਕਿਸੇ ਡਰਾਈਵਰ ਦੀ ਨਹੀਂ, ਸਾਰੇ ਡਰਾਈਵਰਾਂ ਦੀ ਹੈ ਜੀ। ਅਸੀਂ ਕਿਸੇ ਵੀ ਤਰੀਕੇ ਨਾਲ ਜੋ ਅਸੀਂ ਮੰਗ ਰਹੇ ਹਾਂ ਬਿਲਕੁਲ ਜਾਇਜ਼ ਹੈ, ਕਾਨੂੰਨ ਦੇ ਦਾਇਰੇ ਵਿੱਚ ਮੰਗ ਰਹੇ ਹਾਂ, ਕਾਨੂੰਨ ਦੇ ਦਾਇਰੇ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ। ਕੋਈ ਸਾਡੀ ਹੁੱਲੜਬਾਜੀ ਨਹੀਂ, ਕਿਸੇ ਤਰੀਕੇ ਨਾਲ ਅਸੀਂ ਰੋਡ ਜਾਮ ਨਹੀਂ ਕਰ ਰਹੇ, ਤੇ ਪ੍ਰੋਟੈਸਟ ਕਰਨਾ ਸਾਡਾ ਰਾਈਟ ਹੈ ਜੀ। ਆਪਦੀ ਗੱਡੀ ਬੰਦ ਕਰ ਰਹੇ ਹਾਂ, ਪਬਲਿਕ ਨੂੰ ਕਿਸੇ ਤਰੀਕੇ ਨਾਲ ਅਸੀਂ ਕੋਈ ਪਰੇਸ਼ਾਨ ਨਹੀਂ ਕਰ ਰਹੇ। ਲੇਕਿਨ ਜਿਸ ਵਕਤ ਅਸੀਂ ਇਹ ਸਾਰੇ ਹਾਲਾਤ ਦੇਖਦੇ ਹਾਂ, ਗੱਡੀਆਂ ਬੰਦ ਹੋ ਗਈਆਂ, ਤੁਹਾਨੂੰ ਇੱਥੋਂ ਉਠਾਉਣ ਦੀ ਗੱਲ ਕੀਤੀ ਜਾ ਰਹੀ ਹੈ, ਹੁਣ ਉੱਠੋਗੇ ਜਾਂ ਇਸ ਤੋਂ ਅਗਲਾ ਤੁਹਾਡਾ ਐਕਸ਼ਨ ਕੀ ਰਹੇਗਾ ਇਹਦੇ ਉੱਤੇ? ਨਹੀਂ ਜੀ ਦੇਖੋ, ਕਾਫੀ ਟਾਈਮ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ 2020 ਦੀ ਸਟ੍ਰਾਈਕ ਤੋਂ ਲੈ ਕੇ ਹੁਣ ਤੱਕ ਇਹੀ ਕੰਮ ਹੁੰਦਾ ਹੈ ਕਿ 2 ਦਿਨ ਦਾ, 4 ਦਿਨ ਦਾ, 10 ਦਿਨ ਦਾ, 15 ਦਿਨ ਦਾ, ਮਹੀਨੇ ਦਾ ਆਸ਼ਵਾਸਨ ਅਸੀਂ ਇਸ ਵਾਰ ਬਿਲਕੁਲ ਨਹੀਂ ਲੈਣਾ ਹੈਗਾ। ਇਹ ਜ਼ਰੂਰ ਹੈ ਕਿ 15 ਤਰੀਕ ਤੱਕ ਅਸੀਂ ਚੱਕਾ ਜਾਮ ਜਿਹੜਾ ਖੋਲ੍ਹ ਦਾਂਗੇ, ਬਟ ਇਹ ਹੈ ਕਿ ਅਸੀਂ ਭੁੱਖ ਹੜਤਾਲ ਬਿਲਕੁਲ ਵੀ ਖਤਮ ਨਹੀਂ ਕਰਾਂਗੇ ਜਦ ਤੱਕ ਸਾਡੇ ਜਾਇਜ਼ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਹੈਗੀਆਂ। ਉਹ ਵੀ ਐਡਮਿਨਿਸਟ੍ਰੇਸ਼ਨ ਦਾ ਕੋਈ ਬੰਦਾ ਆਏਗਾ ਜੀ, ਸਾਨੂੰ ਲੱਗੇਗਾ ਕਿ ਉਹ ਦਲਾਸਾ ਸਹੀ ਦੇ ਰਿਹਾ, ਗੱਲ ਸਹੀ ਕਰ ਰਿਹਾ, ਤਾਂ ਇਹ ਵੀ ਚੱਕਾ ਜਾਮ ਵੀ ਨਹੀਂ ਤਾਂ ਕੰਟੀਨਿਊ ਚੱਲੇਗਾ। ਔਰ ਇਹ ਸਿਰਫ ਟਰਾਈ ਸਿਟੀ 'ਚ ਨਹੀਂ, ਇਹ ਪੰਜਾਬ 'ਚ ਪੂਰੇ ਤਰੀਕੇ ਨਾਲ ਸਾਰੇ ਥਾਂ ਤੇ ਸਟੇਟਾਂ ਵਾਈਜ਼ ਚੱਲੇਗਾ ਜੀ। ਲੇਕਿਨ 15 ਅਗਸਤ ਤੁਸੀਂ ਵਿੱਚ ਰੱਖਿਆ, 15 ਅਗਸਤ ਉਹ ਦਿਨ ਹੁੰਦਾ ਜਿਸ ਦਿਨ ਸਿਕਿਉਰਿਟੀ ਦੀ ਵੀ ਵਧਾਈ ਜਾਂਦੀ ਹੈ, ਫਲੈਗ ਹੋਸਟਿੰਗ ਹੋਊਗੀ, VIP ਪਰਸਨੈਲਿਟੀਜ਼ ਦੀ ਜਿਹੜੀ ਹੈ ਉਹ ਮੂਵਮੈਂਟ ਬਹੁਤ ਜ਼ਿਆਦਾ ਹੁੰਦੀ ਹੈ। ਉਹ ਤੁਹਾਨੂੰ ਲੱਗਦਾ ਨਹੀਂ ਕਿ ਉਸ ਤੋਂ ਪਹਿਲਾਂ ਜਿਹੜਾ ਹੈ ਇਹ ਚੁਕਵਾਇਆ ਜਾਏਗਾ, ਜਾਂ ਉਸ ਵਕਤ ਦਾ ਕਿਉਂ ਰੱਖਿਆ ਤੁਸੀਂ 15 ਅਗਸਤ ਨੂੰ ਇਹਦੇ ਵਿੱਚ ਇਨਕਲੂਡ ਕਰ ਲਿਆ ਨਾਲ? ਮੈਮ ਦੋ ਚੀਜ਼ਾਂ ਹੈ, ਕੰਪਨੀਆਂ ਸਾਨੂੰ ਗੁਲਾਮ ਬਣਾ ਰਹੀਆਂ, ਅਸੀਂ ਆਜ਼ਾਦ ਦੇਸ਼ 'ਚ ਪੈਦਾ ਹੋਏ ਹਾਂ ਜੀ, ਠੀਕ ਹੈ ਜੀ। ਦੂਸਰੀ ਗੱਲ ਇਹ ਹੈ, ਅਸੀਂ ਕਹਿੰਦੇ ਹਾਂ ਕਿ ਤੁਸੀਂ ਜ਼ਰੂਰ ਉਹਨਾਂ ਕੋਲ ਜਾਓ, ਉਹਨਾਂ ਨੂੰ ਪੁੱਛੋ ਕਿ ਸਾਡੇ ਕੋਲ ਪ੍ਰੋਟੈਸਟ ਦਾ ਰਾਈਟ ਹੈ। 15 ਅਗਸਤ ਹੋਵੇ ਚਾਹੇ 11 ਅਗਸਤ ਹੋਵੇ, ਚਾਹੇ ਕੁਝ ਵੀ ਹੋਵੇ ਜੀ, ਅਸੀਂ ਆਪਣੀ ਪ੍ਰੋਟੈਸਟ ਲਈ ਕਿਸੇ ਵੀ ਡੇਟ ਤੇ ਬੈਠ ਸਕਦੇ ਹਾਂ, ਸਾਡੇ ਕੋਲ ਰਾਈਟ ਹੈ। ਅਸੀਂ ਆਪ ਦੀ ਥਾਂ ਤੇ ਭੁੱਖ ਹੜਤਾਲ ਤੇ ਬੈਠੇ ਹਾਂ। ਜੇ ਉਹਨਾਂ ਨੂੰ ਲੱਗਦਾ ਕਿ ਇਕੱਠ ਜ਼ਿਆਦਾ ਹੈ, ਇਕੱਠ ਨਹੀਂ ਹੈ, ਸਾਨੂੰ 10 ਜਣਿਆਂ ਦੀ ਪਰਮਿਸ਼ਨ ਦੇ ਦਿਓ, ਅਸੀਂ 10 ਜਣੇ ਬੈਠ ਜਾਵਾਂਗੇ। ਤੁਸੀਂ 2 ਜਣਿਆਂ ਦੀ ਪਰਮਿਸ਼ਨ ਦੇ ਦੋਗੇ, 2 ਜਣੇ ਭੁੱਖ ਹੜਤਾਲ ਤੇ ਬੈਠੇ ਹਨ, ਬੈਠ ਜਾਣਗੇ। ਸਾਡੀ ਸਿਕਿਉਰਿਟੀ, ਸਾਡੀ ਸਾਰੀ ਚੀਜ਼ਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਜੀ। ਜੇ ਸਾਡੇ ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ। 15 ਅਗਸਤ ਦਾ ਕੋਈ ਹੋਰ ਪਲਾਨ ਵੀ ਤੁਸੀਂ ਕੀਤਾ ਹੈ ਕਿ ਜਿੱਥੇ ਮੁੱਖ ਮੰਤਰੀ ਜਾਣਗੇ ਜਾਂ ਜਿੱਥੇ ਗਵਰਨਰ ਜਾਣਗੇ ਉੱਥੇ ਦੀ ਵੀ ਮੂਵਮੈਂਟ? ਨਹੀਂ ਮੈਮ, ਅਸੀਂ ਸਿਰਫ ਇੱਥੇ ਹੀ ਬੈਠਾਂਗੇ, ਇੱਥੇ ਹੀ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰਾਂਗੇ। ਜਿੰਨਾ ਚਿਰ ਉਹਨਾਂ ਨੇ ਟਾਈਮ ਲੈਣਾ ਹੈ, ਆਰਾਮ ਇੱਥੇ ਹੀ ਬਣਾਵਾਂਗੇ ਜੀ। ਪਰ ਅਸੀਂ ਗੁਲਾਮ ਕੰਪਨੀਆਂ ਨੇ ਸਾਨੂੰ ਔਰ ਪ੍ਰਸ਼ਾਸਨ ਨੇ ਕਰ ਰੱਖਿਆ ਹੈ। ਆਜ਼ਾਦ ਦੇਸ਼ 'ਚ ਪੈਦਾ ਹੋਏ ਹਾਂ ਔਰ ਅਸੀਂ ਚਾਹੁੰਦੇ ਹਾਂ ਸਾਨੂੰ ਇਸ ਚੀਜ਼ ਤੋਂ ਆਜ਼ਾਦੀ ਦੇਵੇ ਜੋ ਸਾਡੇ ਰਾਈਟ ਨੇ। ਬਿਲਕੁਲ ਜੋ ਲਾਅ ਲਿਖ ਕੇ ਭੇਜਿਆ ਸੈਂਟਰ ਸਰਕਾਰ ਨੇ, ਲਾਅ ਬਣਾਏ ਨੇ, ਗਾਈਡਲਾਈਨਸ ਬਣਾਈਆਂ ਨੇ, ਉਹਨਾਂ ਨੂੰ ਫੋਲੋ ਕਰਾਇਆ ਜਾਵੇ। ਨਹੀਂ ਕਰਾਇਆ ਜਾਵੇ ਤਾਂ ਫਿਰ ਸਾਨੂੰ ਜਿਵੇਂ ਅਸੀਂ ਬੈਠੇ ਹਾਂ ਜੀ, ਫਿਰ ਤਾਂ ਇਹੀ ਹੈ ਕਿ ਅਸੀਂ ਮਰਨਾ ਹੀ ਹੈ, ਫਿਰ ਅੰਗਰੇਜ਼ਾਂ ਦੇ ਰਾਜ 'ਚ ਮਰੇ ਜਾਂ ਹੁਣ ਰਾਜ ਬਰਾਬਰ ਹੀ ਹੈ ਜੀ। ਆਖਰੀ ਸਵਾਲ ਇਹੀ ਹੈ ਕਿ ਜਿਸ ਵਕਤ ਤੁਸੀਂ ਕੰਪਨੀਆਂ ਦੀ ਗੱਲ ਕੀਤੀ, ਕੰਪਨੀਆਂ ਤੱਕ ਤੁਹਾਡੀ ਪਹੁੰਚ ਹੋਈ, ਕੰਪਨੀਆਂ ਨੂੰ ਕੋਈ ਚਿੱਠੀ ਪੱਤਰ ਲਿਖਿਆ ਗਿਆ ਤੁਹਾਡੇ ਵੱਲੋਂ? ਕਿਉਂਕਿ ਅਲਟੀਮੇਟਲੀ ਤਾਂ ਤੁਸੀਂ ਉਹਨਾਂ ਦੇ ਇੰਪਲੋਈਜ਼ ਹੋ। ਮੈਮ, ਕੰਪਨੀਆਂ ਨੂੰ ਪ੍ਰਸ਼ਾਸਨ ਲੈਟਰ ਭੇਜਦਾ ਹੈ ਕਿ ਇਹਨਾਂ ਨਾਲ ਮੀਟਿੰਗ ਕਰੋ, ਉਹ ਲੈਤੇ ਨਹੀਂ, ਰਿਸੀਵ ਹੀ ਨਹੀਂ ਕਰ ਰਹੇ, ਵਾਪਸ ਭੇਜ ਦਿੰਦੇ ਆ। ਤਾਂ ਜਦੋਂ ਪ੍ਰਸ਼ਾਸਨ ਨਹੀਂ ਸੁਣ ਰਿਹਾ, ਸਾਡੀ ਕਿੱਥੋਂ ਸੁਣੂਗਾ? ਔਰ ਪ੍ਰਸ਼ਾਸਨ ਦੇ 3 ਕਰੋੜ ਰੁਪਇਆ ਓਲਾ ਨੇ, 3 ਕਰੋੜ ਰੁਪਇਆ ਜੀ ਉਬਰ ਨੇ। ਪ੍ਰਸ਼ਾਸਨ ਦਾ ਸਟੇਟ ਟੈਕਸ ਦੇਣਾ ਹੈ ਜੀ 3 ਸਾਲਾਂ ਦਾ। ਉਹ ਹਾਈ ਕੋਰਟ 'ਚ ਚਲੇ ਗਏ ਨੇ, ਹਾਈ ਕੋਰਟ 'ਚ ਕੇਸ ਲੱਗਿਆ ਹੋਇਆ ਹੈ। ਜਿਸ ਕੰਪਨੀ ਨੇ, ਜਿਹੜੀਆਂ ਕੰਪਨੀਆਂ ਸਾਡੀਆਂ ਚੱਲ ਰਹੀਆਂ ਨੇ, ਉਹਨਾਂ ਨੇ ਜਿਸ ਦਾਇਰੇ ਦੇ ਵਿੱਚ ਲਾਅ ਦੇ ਵਿੱਚ ਜਦੋਂ ਜਾਰੀ ਕੀਤਾ ਸੀਗਾ, ਉਹਦੇ 320 ਰੁਪਏ ਇੱਕ ਗੱਡੀ ਦਾ 1 ਮਹੀਨੇ ਦਾ ਟੈਕਸ ਬਣਦਾ ਹੈ। ਜਿਹੜੀਆਂ ਸਾਡੀਆਂ ਗੱਡੀਆਂ ਅਟੈਚ ਨੇ ਉਹ ਟੈਕਸ ਹੀ ਨਹੀਂ ਦੇ ਰਹੀਆਂ, ਤੇ ਤੁਸੀਂ ਉਹਨਾਂ ਨੂੰ ਚੱਲਣ ਕਿਉਂ ਦੇ ਰਹੇ ਹੋ ਫਿਰ? ਤੇ ਉਹ ਕਹਿੰਦੇ ਜੀ ਸਾਡਾ ਤਾਂ ਰੇਟ ਉੱਥੇ ਹਾਈ ਕੋਰਟ 'ਚ ਚਲਾ ਗਿਆ ਜੀ, ਉੱਥੇ ਚੱਲੂਗਾ ਜੋ ਮਾਮਲਾ। ਅਗਰ ਕੰਪਨੀਆਂ ਬੰਦ ਹੋ ਗਈਆਂ ਅਲਟੀਮੇਟਲੀ ਤੁਹਾਨੂੰ ਇਫੈਕਟ ਹੋਏਗਾ, ਤੁਹਾਡੇ ਉੱਤੇ ਕੀ ਜਾਏਗਾ? ਪਹਿਲਾਂ ਜਦੋਂ ਕੰਪਨੀਆਂ ਨਹੀਂ ਸੀਗੀਆਂ, ਕਿ ਹਿਮਾਚਲ 'ਚ ਕੰਪਨੀਆਂ ਆਲ ਓਵਰ ਚੱਲਦੀ ਹੈ, ਕਿ ਗੋਆ 'ਚ ਆਲ ਓਵਰ ਚੱਲਦੀ ਹੈ, ਹਾਂ ਬੰਬੇ ਸਰਕਾਰ ਨੇ ਬੰਦ ਕਰਤੀ ਹੈ ਜੀ, ਹਾਈ ਕੋਰਟ ਦਾ ਫੈਸਲਾ ਆ ਗਿਆ, ਆਲ ਓਵਰ ਨਹੀਂ ਚੱਲ ਰਹੀ, ਤਾਂ ਕੀ ਉੱਥੇ ਰੋਜੀ ਰੋਟੀ ਨਹੀਂ ਚੱਲ ਰਹੀ? ਔਰ ਜਦੋਂ ਆਲ ਓਵਰ ਨਹੀਂ ਸੀਗੀਆਂ ਉਦੋਂ ਸਾਡਾ ਧੰਦਾ ਨਹੀਂ ਚੱਲ ਰਿਹਾ ਸੀ, ਅਸੀਂ ਸਟੈਂਡਾਂ ਤੋਂ ਕੰਮ ਕਰ ਰਹੇ ਸੀ ਆਪਦੇ। ਇਹ ਤਾਂ ਸਾਨੂੰ ਜਾਣਬੁੱਝ ਕੇ ਗੁਲਾਮ ਬਣਾਇਆ ਜਾ ਰਿਹਾ ਕਿ ਅਸੀਂ ਇਹਨਾਂ ਤੋਂ ਬਿਨਾਂ ਜਾ ਹੀ ਨਹੀਂ ਸਕਦੇ ਕਿਤੇ। ਸਰਵਿਸ ਪਬਲਿਕ ਨੂੰ, ਜਿੱਥੇ ਗੱਡੀ ਪੀਲੀ ਪਲੇਟ ਖੜੀ ਹੈ ਜੀ, ਜਦੋਂ ਤੁਸੀਂ ਅੱਜ ਵੀ ਜਦੋਂ ਪਤਾ ਹੈ ਜੀ ਕੈਬ ਸਰਵਿਸ ਬੰਦ ਹੈ, ਕੋਈ ਪੀਲੀ ਪਲੇਟ ਗੱਡੀ ਜਾ ਰਹੀ ਹੈ, ਤੇ ਕਸਟਮਰ ਨੇ ਹੱਥ ਦੇ ਕੇ ਉਹਨੂੰ ਰੋਕਿਆ ਕਿ ਯਾਰ ਮੈਂ ਉੱਥੇ ਜਾਣਾ, ਮੈਨੂੰ ਲੈ ਕੇ ਜਾਓ, ਤੇ ਉਹੀ ਚੀਜ਼ ਪਹਿਲਾਂ ਵੀ ਹੋ ਸਕਦੀ ਹੈ। ਤੇ ਹੁਣ ਮਤਲਬ ਇਹ ਹੋਏਗਾ, ਅਗਰ ਤੁਹਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਤੇ ਤੁਸੀਂ ਆਪਣੇ ਸਟੈਂਡਸ ਤੇ ਜਾ ਕੇ ਗੱਡੀਆਂ ਖੜੀਆਂ ਕਰੋਗੇ, ਓਲਾ ਉਬਰ ਤੇ ਨਹੀਂ ਜਾਓਗੇ? ਮੈਮ ਟੋਟਲੀ ਬੈਨ ਹੈ, ਅਸੀਂ ਸਟੈਂਡ ਤੇ ਨਹੀਂ, ਅਸੀਂ ਕਿਤੇ ਵੀ ਨਹੀਂ ਲੈ ਕੇ ਜਾ ਰਹੇ, ਅਸੀਂ ਗੱਡੀ ਬੰਦ ਕਰ ਰਹੇ ਹਾਂ ਬਸ। ਚਾਹੇ ਅਸੀਂ ਘਰੇ ਖੜੇ ਕਰ ਰਹੇ ਹਾਂ, ਚਾਹੇ ਇੱਥੇ ਖੜੀ ਕਰ ਰਹੇ ਹਾਂ, ਗੱਡੀ ਨਹੀਂ ਚੱਲੇਗੀ ਕਿਸੇ ਵੀ ਐਪਲੀਕੇਸ਼ਨ ਤੇ। ਲੀਗਲ ਇਲੀਗਲ ਦੋਨੋਂ, ਇਲੀਗਲ ਜਿਹੜੀ ਹੈਗੀ ਆ ਉਹਨੂੰ ਲੀਗਲ ਬਣਾਓ, ਲਾਇਸੈਂਸ ਲਵੇ, ਠੀਕ ਹੈ, ਨਹੀਂ ਤਾਂ ਪਲੇ ਸਟੋਰ ਤੋਂ ਹਟਾਓ। ਚਾਹੇ ਉਹ ਬਾਈਕ ਟੈਕਸੀ ਹੈ, ਚਾਹੇ ਵਾਈਟ ਪਲੇਟ ਹੈ ਗੱਡੀ ਹੈ, ਬਿਲਕੁਲ ਨਹੀਂ ਹੋਣੀ ਚਾਹੀਦੀ। ਬਿਲਕੁਲ ਦੇਖੋ, ਇਹ ਜਿਹੜੇ ਇਸ ਵਕਤ ਆਟੋ ਕੈਬ ਯੂਨੀਅਨ ਇਸ ਵਕਤ ਹੈਗੀ ਸਟ੍ਰਾਈਕ ਤੇ, ਹੰਗਰ ਸਟ੍ਰਾਈਕ ਤੇ ਬੈਠੀ ਹੋਈ ਹੈ, ਔਰ ਸਿੱਧੇ ਤੌਰ ਤੇ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਔਰ ਲੀਗਲ ਤੌਰ ਤੇ ਹਰ ਕੰਮ ਕੀਤਾ ਜਾਵੇ। ਚਿੱਟੀ ਪਲੇਟ ਜਿਹੜੀ ਉਹ ਬਿਲਕੁਲ ਬੰਦ ਕੀਤੀ ਜਾਵੇ, ਕੈਬ ਸਰਵਿਸ ਦੇ ਵਿੱਚ ਨਹੀਂ ਹੋਣੀ ਚਾਹੀਦੀ, ਔਰ 15 ਅਗਸਤ ਤੱਕ ਇਹ ਭੁੱਖ ਹੜਤਾਲ ਇਸੇ ਤਰੀਕੇ ਦੇ ਨਾਲ ਚੱਲਦੀ ਰਹੇਗੀ ਔਰ ਲੋਕਾਂ ਨੂੰ ਜਿਹੜੀ ਦਿੱਕਤ ਹੈ ਉਹਦਾ ਸਾਹਮਣਾ ਕਰਨਾ ਪਏਗਾ। ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ, ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ।